Hello everyone, welcome to Victor's Knowledge. This is Chinu Sharma. So today we are going to cover our next lecture number 20, Unit 4. ਸੋ ਜਿਹੜਾ Unit 4 ਹੈ ਉਹਨੂੰ ਮੈਂ ਤੁਹਾਡੇ ਦੋ ਲੌਂਗ ਲੈਕਚਰਸ ਦੇ ਵਿੱਚ ਕਵਰ ਕਰਵਾ ਦੂੰਗੀ। ਸੋ ਜਿਹੜਾ ਅੱਜ ਦਾ ਪਹਿਲਾ ਲੈਕਚਰ ਹੈ ਟੋਟਲ 21 ਟੌਪਿਕਸ ਨੇ Unit 4 ਦੇ ਵਿੱਚ। ਸੋ ਪਹਿਲੇ 10 ਟੌਪਿਕ ਤੇ ਜੇ ਆਪਾਂ ਨੋਟਸ ਨੂੰ ਰੈਫਰ ਕਰਾਂਗੇ ਤਾਂ ਪੇਜ ਨੰਬਰ 1 to 36 ਕਵਰ ਹੋਊਗਾ ਇਸ ਪਾਰਟ 1 Unit 4 ਦੇ ਲੈਕਚਰ ਦੇ ਵਿੱਚ। Also you already know about the test series। ਸੋ ਟੈਸਟ ਸੀਰੀਜ਼ ਲਾਂਚ ਹੋ ਚੁੱਕੀ ਹੈ, ਤੁਸੀਂ ਇਹਨੂੰ ਬਾਏ ਕਰ ਸਕਦੇ ਹੋ। ਡੀਟੇਲਸ ਇੱਥੇ ਮੈਂਸ਼ਨ ਨੇ ਕਿਉਂਕਿ ਹੁਣ ਇਹ ਰਾਈਟ ਟਾਈਮ ਹੈ। ਐਗਜ਼ਾਮ ਤੋਂ ਘੱਟੋ ਘੱਟ 20 ਡੇਜ਼ ਪਹਿਲਾਂ ਤੁਹਾਡੀ ਜਿਹੜੀ ਟੈਸਟ ਸੀਰੀਜ਼ ਹੈ ਉਹਦੇ ਵੱਲ ਫੋਕਸ ਹੁਣ ਸਟਾਰਟ ਹੋ ਜਾਣਾ ਚਾਹੀਦਾ ਹੈ। ਸੋ ਇਹੀ ਇੱਕ ਬੈਸਟ ਵੇ ਹੁੰਦਾ ਹੈ ਥਿਊਰੀ ਦੇ ਨਾਲ ਨਾਲ ਤੁਸੀਂ ਜਦੋਂ MCQ ਕਵਰ ਕਰਦੇ ਹੋ। ਸੋ ਯੂਨਿਟ 4 ਦਾ ਪਹਿਲਾਂ ਮੈਂ ਇੱਥੇ ਮੈਂਸ਼ਨ ਕੀਤਾ ਹੈ ਸਿਲੇਬਸ, ਸੋ ਦੈਟ ਤੁਹਾਨੂੰ ਇੱਕ ਵਾਰੀ ਆਈਡੀਆ ਹੋ ਜਾਏ ਕਿ ਅੱਜ ਆਪਾਂ ਲੈਕਚਰ ਵਿੱਚ ਕਵਰ ਕੀ ਕਰਨ ਜਾਣ ਵਾਲੇ ਹਾਂ। ਸੋ ਯੂਨਿਟ 4 ਹੈ ਜਿਹੜਾ ਪਾਰਟਿਕੂਲਰਲੀ ਇਹਦੇ ਵਿੱਚ ਸਿਰਫ ਪਾਲਿਸੀਆਂ ਤੇ ਪ੍ਰੋਗਰਾਮਸ ਨੇ ਵਿਮਨ ਤੇ ਚਿਲਡਰਨ ਨਾਲ ਰਿਲੇਟਿਡ। ਤੇ ਇਹ ਜਿਹੜੇ ਪਾਲਿਸੀ ਤੇ ਪ੍ਰੋਗਰਾਮ ਹੈ ਕੁਛ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਬਟ ਉਦੋਂ ਆਪਾਂ ਬਹੁਤ ਬਰੀਫ ਦੇ ਵਿੱਚ ਪੜ੍ਹਿਆ ਸੀ, ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਹੋਰ ਟੌਪਿਕ ਦੇ ਵਿੱਚ ਕਵਰਡ ਸੀ। ਹੁਣ ਇੱਥੇ ਇਹਨਾਂ ਨੇ ਚੌਥੇ ਯੂਨਿਟ ਦੇ ਵਿੱਚ ਸਿੱਧਾ ਨਾਮ ਦਿੱਤਾ ਹੋਇਆ ਹੈ ਇਹ 21 ਇੰਪੋਰਟੈਂਟ ਪਾਲਿਸੀ ਦੇ ਪ੍ਰੋਗਰਾਮਸ ਦਾ। ਸੋ ਇਹਨਾਂ ਦੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਡੀਟੇਲ ਆਪਾਂ ਕਰ ਸਕਦੇ ਹਾਂ ਉਨੀ ਤਿਆਰ ਕਰਾਂਗੇ। ਸਪੈਸ਼ਲੀ PPSC ਐਗਜ਼ਾਮਸ ਦੇ ਲਈ ਤੁਸੀਂ ਇਹਨਾਂ ਪ੍ਰੋਗਰਾਮ ਤੇ ਪਾਲਿਸੀਆਂ ਨੂੰ ਥਿਓਰੈਟੀਕਲ ਪੁਆਇੰਟ ਆਫ ਵਿਊ ਤੋਂ ਬਹੁਤ ਸਟਰੋਂਗਲੀ ਤਿਆਰ ਕਰਨਾ ਹੈ, ਕਿਉਂਕਿ ਉੱਥੇ ਤੁਸੀਂ ਰੈਡੀ ਰਹੋ ਸਟੇਟਮੈਂਟ ਬੇਸਡ ਕੁਐਸਚਨ ਦੇ ਲਈ। ਸੋ ਜੇ ਸਟੇਟਮੈਂਟ ਬੇਸਡ ਕੁਐਸਚਨ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਤਾਂ ਉਹਦੇ ਲਈ ਤੁਹਾਨੂੰ ਥਿਊਰੀ ਉੱਤੇ ਬਹੁਤ ਸਟਰੋਂਗ ਹੋਲਡ ਚਾਹੀਦਾ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ 10th ਤੱਕ ਵਿਮਨ ਵਰਕਿੰਗ ਵਿਮਨ ਹੋਸਟਲ ਇੱਥੇ ਤੱਕ ਕਵਰ ਕਰੂੰਗੀ ਤੇ ਬਾਕੀ ਦੀ 11 ਤੋਂ ਲੈ ਕੇ 21 ਤੱਕ ਆਪਾਂ ਨੈਕਸਟ ਲੈਕਚਰ ਵਿੱਚ ਕਵਰ ਕਰਾਂਗੇ। ਸੋ ਜਦੋਂ ਆਪਾਂ ਸਟਾਰਟ ਕਰਦੇ ਹਾਂ ਪਾਲਿਸੀ ਤੇ ਪ੍ਰੋਗਰਾਮ ਕਿ ਮਹਿਲਾਵਾਂ ਤੇ ਬੱਚਿਆਂ ਦੇ ਲਈ ਕਿੱਥੇ ਗੱਲ ਹੋ ਰਹੀ ਹੈ ਉਹਨਾਂ ਦੇ ਬਚਾਵ ਦੇ ਲਈ, ਉਹਨਾਂ ਦੇ ਰਾਈਟਸ ਦੇ ਲਈ, ਪ੍ਰੋਟੈਕਸ਼ਨ ਦੇ ਲਈ, ਨੀਡਸ ਦੇ ਲਈ। ਸੋ ਉਹਦੇ ਲਈ ਅਲੱਗ-ਅਲੱਗ ਪਾਲਿਸੀਆਂ ਤੇ ਪ੍ਰੋਗਰਾਮ ਨੇ। ਸਭ ਤੋਂ ਪਹਿਲਾ ਟੌਪਿਕ ਆਉਂਦਾ ਹੈ ਸੰਵਿਧਾਨਿਕ ਪ੍ਰੋਵੀਜ਼ਨਸ ਦਾ। ਸੋ ਸੰਵਿਧਾਨ ਦੇ ਵਿੱਚ ਕਨਸਟੀਟਿਊਸ਼ਨ ਵਿੱਚ ਮਹਿਲਾ ਤੇ ਬੱਚਿਆਂ ਦੀ ਗੱਲ ਕਿੱਥੇ ਕੀਤੀ ਗਈ ਹੈ। ਸੋ ਹੁਣ ਇਹ ਜਿੰਨੇ ਵੀ ਆਰਟੀਕਲਸ ਨੇ, ਚਾਹੇ ਤੁਸੀਂ ਲਿਖ ਕੇ ਦੇਖੋ, ਕਿਸੇ ਨੂੰ ਸੁਣਾਓ, ਤੁਹਾਨੂੰ ਇਹ ਰੱਟੇ ਲੱਗੇ ਹੋਣੇ ਚਾਹੀਦੇ ਨੇ ਕਿ ਕਿਹੜਾ ਆਰਟੀਕਲ ਨੰਬਰ ਕੀ ਗੱਲ ਕਰ ਰਿਹਾ, ਕਿਉਂਕਿ ਪੇਪਰ 'ਚ 100% ਤੁਹਾਨੂੰ ਘੱਟੋ ਘੱਟ 2-3 ਕੁਐਸਚਨ ਆਰਟੀਕਲ 'ਚੋਂ ਆਉਣੇ ਹੀ ਆਉਣੇ ਨੇ। ਸੋ ਇਕੁਐਲਿਟੀ ਬਿਫੋਰ ਲਾਅ, ਸੋ ਮਹਿਲਾਵਾਂ ਦੇ ਲਈ, ਬੱਚਿਆਂ ਦੇ ਲਈ ਤੁਸੀਂ ਕਿਸੇ ਨਾਲ ਭੇਦਭਾਵ ਨਹੀਂ ਕਰ ਸਕਦੇ, ਕਾਨੂੰਨ ਦੇ ਅੱਗੇ ਹਰ ਕੋਈ ਬਰਾਬਰ ਹੈ। ਸੋ ਆਰਟੀਕਲ 14 ਗੱਲ ਕਰਦਾ ਹੈ। ਸੋ ਵਿਮਨ ਦੇ ਲਈ ਸਟੇਟ ਨਾਟ ਟੂ ਡਿਸਕ੍ਰਿਮੀਨੇਟ। ਸੋ ਜਿਹੜਾ ਇਹ 15(1) ਆਰਟੀਕਲ ਇਹ ਕਹਿੰਦਾ ਹੈ ਕਿ ਕਿਸੇ ਵੀ ਤਰੀਕੇ ਦਾ ਭੇਦਭਾਵ ਨਹੀਂ ਹੋਊਗਾ, ਕੋਈ ਵੀ ਚਾਹੇ ਗਰਾਊਂਡ ਹੈ। ਸੋ ਇੱਥੇ ਜਿਹੜਾ ਸੈਕਸ ਗਰਾਊਂਡ ਹੈ ਇਹਦਾ ਮਤਲਬ ਹੈ ਜੈਂਡਰ। ਸੋ ਕੋਈ ਮਹਿਲਾ ਹੈ, ਕੋਈ ਉੱਥੇ ਮੈਨ ਹੈ, ਟਰਾਂਸਜੈਂਡਰ ਹੈ, ਕਿਸੇ ਵੀ ਤਰੀਕੇ ਦਾ ਭਾਰਤ ਦੇ ਅੰਦਰ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ ਸਟੇਟ ਦੀ ਸਰਕਾਰ। ਸੋ ਜੇ ਕਦੇ ਚਾਹੇ ਤਾਂ ਸਟੇਟ ਦੀ ਸਰਕਾਰ ਮਹਿਲਾਵਾਂ ਤੇ ਬੱਚਿਆਂ ਦੇ ਬੈਟਰਮੈਂਟ ਦੇ ਲਈ, ਅਪਲਿਫਟਮੈਂਟ ਦੇ ਲਈ, ਉਹਨਾਂ ਨੂੰ ਉੱਪਰ ਰੱਖਣ ਦੇ ਲਈ, ਉਹਨਾਂ ਨੂੰ ਬਰਾਬਰ ਰੱਖਣ ਦੇ ਲਈ ਕੋਈ ਸਪੈਸ਼ਲ ਪ੍ਰੋਵੀਜ਼ਨ, ਕੋਈ ਸਪੈਸ਼ਲ ਪ੍ਰੋਗਰਾਮ, ਪਾਲਿਸੀ ਲੈ ਕੇ ਆ ਸਕਦੀ ਹੈ। ਸੋ ਇਹੀ ਇੰਪੋਰਟੈਂਟ ਪ੍ਰੋਵੀਜ਼ਨ ਹੈ ਆਰਟੀਕਲ 15(3), ਜਿਹਦੇ ਤਹਿਤ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ, ਸਕੀਮਾਂ ਆਉਂਦੀਆਂ ਨੇ ਕੱਲੀਆਂ ਮਹਿਲਾਵਾਂ ਦੇ ਲਈ, ਬੱਚਿਆਂ ਦੇ ਲਈ। ਸੋ ਉੱਥੇ ਮੇਲ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਮਹਿਲਾ ਦੇ ਲਈ ਇਹ ਨਿਊਟ੍ਰੀਸ਼ਨ ਵਾਲੀ ਜਾਂ ਮਹਿਲਾ ਦੀ ਐਡੋਲਸੈਂਟ ਏਜ ਵਾਲੀਆਂ ਕੁੜੀਆਂ ਦੇ ਲਈ ਕਿਉਂ ਤੁਸੀਂ ਇਹ ਇਕੱਲੀ ਪ੍ਰੋਵੀਜ਼ਨ ਲਿਆਂਦੀ ਹੈ। ਸੋ ਉਹ ਸਾਰੀਆਂ ਪ੍ਰੋਵੀਜ਼ਨ ਆਰਟੀਕਲ 15(3) ਦੇ ਅੰਡਰ ਆਉਂਦੀਆਂ ਨੇ। ਸੋ ਆਰਟੀਕਲ 15(3) ਕਹਿੰਦਾ ਹੈ ਜਿੱਥੇ ਵੀ ਸਟੇਟ ਦੀ ਸਰਕਾਰ ਚਾਹੁੰਦੀ ਹੈ, ਉਹਨੂੰ ਲੱਗਦਾ ਹੈ ਕਿ ਮਹਿਲਾਵਾਂ ਤੇ ਬੱਚਿਆਂ ਦੇ ਲਈ ਕੋਈ ਸਪੈਸ਼ਲ ਚੀਜ਼ਾਂ ਲੈ ਕੇ ਆਉਣ ਦੀ ਜ਼ਰੂਰਤ ਹੈ, ਉਹ ਲਿਆ ਸਕਦੇ ਨੇ। ਸੋ ਆਰਟੀਕਲ 14, 15(1), 15(3). ਸੋ ਆਰਟੀਕਲ 16 ਕਹਿੰਦਾ ਕਿ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਰੋਜ਼ਗਾਰ ਦੀ, ਇੰਪਲੋਇਮੈਂਟ ਦੀ, ਕਿਸੇ ਸਰਕਾਰੀ ਦਫ਼ਤਰ 'ਚ ਅਪੁਆਇੰਟਮੈਂਟ ਦੀ, ਤਾਂ ਉੱਥੇ ਬਰਾਬਰ ਦੀ ਓਪਰਚੁਨਿਟੀ ਮਿਲੂਗੀ ਹਰ ਕਿਸੇ ਨੂੰ। ਹੁਣ ਜਿਵੇਂ ਐਗਜ਼ਾਮ ਹੈ PPSC CDPO ਦਾ, ਹੁਣ ਇੱਥੇ ਇਹ ਨਹੀਂ ਕਿ ਸਰਕਾਰ ਇਹ ਕਹੂਗੀ ਕਿ ਸਿਰਫ ਔਰ ਸਿਰਫ ਇਹ ਐਗਜ਼ਾਮ ਹੈ ਜਿਹੜਾ ਪਾਰਟਿਕੂਲਰਲੀ ਮੇਲ ਹੀ ਦੇ ਸਕਦੇ ਨੇ, ਫੀਮੇਲ ਨਹੀਂ ਦੇ ਸਕਦੀਆਂ। ਸੋ ਇਸ ਤਰੀਕੇ ਨਾਲ ਜਿਹੜੀ ਇੰਪਲੋਇਮੈਂਟ ਹੈ, ਓਪਰਚੁਨਿਟੀ ਹੈ, ਜਿਹੜਾ ਇੱਕ ਮੌਕਾ ਮਿਲਣਾ ਚਾਹੀਦਾ ਉਹ ਹਰ ਕਿਸੇ ਨੂੰ ਮਿਲੂਗਾ। ਸੋ ਆਰਟੀਕਲ 16 ਕਹਿੰਦਾ then the state to direct its policy towards securing men women equally the right to an adequate means of livelihood। ਸੋ ਆਰਟੀਕਲ 39A ਤੇ D ਕਹਿੰਦਾ ਕਿ ਹਰ ਕਿਸੇ ਨੂੰ ਬਰਾਬਰ ਦਾ ਇੱਕ ਜ਼ਿੰਦਗੀ ਜੀਣ ਦਾ ਜਿਹੜਾ ਇੱਕ ਤਰੀਕੇ ਨੇ, ਲਾਈਵਲੀਹੁੱਡ ਮਤਲਬ ਤੁਸੀਂ ਆਪਣੀ ਜ਼ਿੰਦਗੀ ਜੀਣ ਦੇ ਲਈ ਕੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰਾ ਹੱਕ ਹੈ। ਇੱਕ ਮੇਲ ਫੀਮੇਲ ਦੋਨਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣ ਤੇ ਸਾਰਿਆਂ ਨੂੰ ਬਰਾਬਰ ਦੇ ਕੰਮ ਲਈ ਬਰਾਬਰ ਪੇ ਮਿਲੂ। ਹੁਣ ਇਹ ਨਹੀਂ ਕਿ ਕੋਈ ਮਹਿਲਾ ਜੇ 4 ਇੱਟਾਂ ਚੱਕ ਰਹੀ ਹੈ
ਤੇ ਮੇਲ ਵੀ 4 ਇੱਟਾਂ ਚੱਕ ਰਿਹਾ ਤੇ ਉੱਥੇ ਮਹਿਲਾ ਨੂੰ ਸਿਰਫ ਮਹਿਲਾ ਹੋਣ ਕਰਕੇ ਘੱਟ ਪੈਸੇ ਦਿੱਤੇ ਜਾਣਗੇ, ਮੇਲ ਨੂੰ ਜ਼ਿਆਦਾ, ਨੋ। ਸੋ ਇਕੁਅਲ ਪੇ ਮਿਲੂਗੀ ਜਿੱਥੇ ਬਰਾਬਰ ਦਾ ਕੰਮ ਹੋ ਰਿਹਾ, ਇਕੁਅਲ ਵਰਕ ਹੋ ਰਿਹਾ। ਸੋ ਆਰਟੀਕਲ 39D, ਐਂਡ ਦਿਸ ਇਜ਼ ਇੰਪੋਰਟੈਂਟ ਫॉर एग्जाम। ਟੂ ਪ੍ਰਮੋਟ ਜਸਟਿਸ ਬੇਸਿਸ ਆਫ ਇਕੁਅਲ ਓਪਰਚੁਨਿਟੀ ਪ੍ਰੋਵਾਈਡ ਫ੍ਰੀ ਲੀਗਲ ਏਡ। ਹੁਣ ਜਿੱਥੇ ਕੋਈ ਮਹਿਲਾ ਹੈ ਗਰੀਬ ਪਰਿਵਾਰ ਤੋਂ, ਜਾਂ ਕੋਈ ਵੀ ਈਵਨ ਫॉर ਮੈਨ ਕੋਈ ਗਰੀਬ ਪਰਿਵਾਰ ਤੋਂ ਹੈ, ਕੋਈ ਬੱਚਾ ਹੈ, ਸੋ ਜੇ ਉਹ ਕੋਈ ਕੇਸ ਲੜਨਾ ਚਾਹੁੰਦੇ ਨੇ ਕੋਰਟ ਵਿੱਚ ਕਿਸੇ ਆਪਣੇ ਰਾਈਟਸ ਨੂੰ ਲੈ ਕੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਗਰੀਬ ਨੇ, ਉਹਨਾਂ ਦਾ ਕੋਈ ਵਕੀਲ ਦੇ ਪੈਸੇ ਨਹੀਂ ਦੇ ਸਕਦੇ, ਤਾਂ 39A ਕਹਿੰਦਾ ਕਿ ਸਰਕਾਰ ਉਹਨਾਂ ਨੂੰ ਫ੍ਰੀ ਵਿੱਚ ਲੀਗਲ ਏਡ ਮੁਹੱਈਆ ਕਰਵਾਊਗੀ। ਸੋ ਮੇਲ ਫੀਮੇਲ ਦਾ ਇੱਥੇ ਕੋਈ ਚੱਕਰ ਨਹੀਂ ਹੈ, ਹਰ ਕਿਸੇ ਨੂੰ ਇਕੁਅਲ ਰਾਈਟ ਹੈ ਫ੍ਰੀ ਲੀਗਲ ਏਡ ਦਾ। ਸਟੇਟ ਟੂ ਮੇਕ ਪ੍ਰੋਵੀਜ਼ਨ ਫॉर ਸਿਕਿਉਰਿੰਗ ਜਸਟ ਹਿਊਮਨ ਕੰਡੀਸ਼ਨ ਫॉर ਵਰਕ ਫॉर ਮੈਟਰਨਿਟੀ ਲੀਵ। ਜਿੱਥੇ ਮਹਿਲਾ ਨੂੰ ਚਾਹੇ ਉੱਥੇ ਮੈਟਰਨਿਟੀ ਰਿਲੀਫ ਹੈ, ਜਿਹੜੀ ਪ੍ਰੋਪਰ ਵਿਕੇਸ਼ਨ ਹੈ, ਕੋਈ ਪ੍ਰੈਗਨੈਂਟ ਲੇਡੀ ਉਹਨੂੰ ਮਿਲਦੀ ਹੈ, ਸੋ ਪੇਡ ਮੈਟਰਨਿਟੀ ਰਿਲੀਫ ਵਿਕੇਸ਼ਨ ਮਿਲੂਗੀ ਆਰਟੀਕਲ 42 ਦੇ ਅਨੁਸਾਰ। 46 ਕਹਿ ਰਿਹਾ ਵੀਕਰ ਸੈਕਸ਼ਨਸ ਦੇ ਲਈ ਉਹਨਾਂ ਦੇ ਨਾਲ ਕੋਈ ਐਕਸਪਲੋਇਟੇਸ਼ਨ ਨਾ ਹੋਵੇ। ਸੋ ਜਿਹੜੇ ਪਿਛੜੇ ਵਰਗ ਦੇ ਲੋਕ ਨੇ ਉਹਨਾਂ ਦੀ ਪੜ੍ਹਾਈ ਲਈ, ਉਹਨਾਂ ਦੀ ਆਰਥਿਕ ਇੰਟਰਸਟ ਲਈ ਪ੍ਰੋਪਰ ਸਟੇਟ ਉਹਨਾਂ ਦੇ ਸਪੈਸ਼ਲ ਧਿਆਨ ਦਊਗੀ, ਪ੍ਰਮੋਟ ਕਰੂਗੀ ਉਹਨਾਂ ਦੇ ਇੰਟਰਸਟ ਨੂੰ। ਦੈਨ ਹਰ ਕਿਸੇ ਨੂੰ ਇੱਕ ਵਧੀਆ ਪੌਸ਼ਟਿਕ ਖਾਣਾ ਮਿਲੇ, ਸਟੈਂਡਰਡ ਆਫ ਲਿਵਿੰਗ ਸਹੀ ਰਹੇ। ਸੋ ਇਹਦੇ ਲਈ ਸਰਕਾਰ ਆਰਟੀਕਲ 47 ਦੇ ਅੰਦਰ ਕੰਮ ਕਰਦੀ ਹੈ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ICDS ਪ੍ਰੋਗਰਾਮ ਹੋ ਗਿਆ, ਕੋਈ ਹੋਰ ਮਹਿਲਾਵਾਂ ਲਈ ਹੋ ਗਿਆ, ਬੱਚਿਆਂ ਲਈ ਹੋ ਗਿਆ, ਐਡੋਲਸੈਂਟ ਗਰਲਸ ਲਈ ਹੋ ਗਿਆ, ਸੋ ਉਹ ਸਾਰੇ ਜਿਹੜੇ ਨਿਊਟ੍ਰੀਸ਼ਨ ਵਾਲੀਆਂ ਸਕੀਮਸ ਨੇ ਉਹ ਇੰਨਾ ਹੀ ਡਾਇਰੈਕਟਿਵ ਪ੍ਰਿੰਸੀਪਲਸ ਚੋਂ ਨਿਕਲ ਕੇ ਆਉਂਦੀਆਂ ਨੇ। ਟੂ ਪ੍ਰਮੋਟ ਹਾਰਮਨੀ, ਪਿਆਰ ਬਣਾ ਕੇ ਰੱਖਣਾ, ਪੀਸ, ਸ਼ਾਂਤੀ, ਆਰਟੀਕਲ 51AE। ਮਹਿਲਾ ਦੀ ਨਿੰਦਾ ਕਰਦੇ ਹੋਏ ਉਹਨਾਂ ਦੇ ਕੋਈ ਚਰਿੱਤਰ ਦੇ ਅਗੇਂਸਟ ਤੁਸੀਂ ਕੁਝ ਵੀ, ਉਹਨਾਂ ਦੀ ਡਿਗਨਿਟੀ ਦੇ ਅਗੇਂਸਟ ਕੁਝ ਵੀ ਡੈਰੋਗੇਟਰੀ ਨਹੀਂ ਕਰ ਸਕਦੇ। ਨਾਟ ਲੈਸ ਦੈਨ 1/3। ਸੋ ਰੈਜ਼ਰਵੇਸ਼ਨ ਦੀ ਗੱਲ ਆ ਗਈ, ਮਹਿਲਾ ਦੇ ਲਈ ਬਹੁਤ ਜਗ੍ਹਾ ਤੇ ਪੰਚਾਇਤਸ ਹੋ ਗਈਆਂ, ਦੈਨ MC ਹੋ ਗਿਆ, ਮਿਊਨਿਸਪੈਲਿਟੀਜ਼, ਸੋ ਅਲੱਗ-ਅਲੱਗ ਜਗ੍ਹਾ ਤੇ ਰੈਜ਼ਰਵੇਸ਼ਨ ਹੈ। ਸੋ ਜਿਹੜੀ ਰੈਜ਼ਰਵੇਸ਼ਨ ਹੈ ਮਹਿਲਾਵਾਂ ਲਈ ਹੈ, ਸਪੈਸ਼ਲੀ SC ST ਮਹਿਲਾਵਾਂ ਦੇ ਲਈ, ਸੋ ਇਹ ਵੀ ਇੱਕ ਮਹਿਲਾ ਦੇ ਰਾਈਟਸ ਇੰਟਰਸਟ ਪ੍ਰੋਟੈਕਟ ਕਰਨ ਵਾਲੀ ਚੀਜ਼ ਹੈ। ਸੋ ਸੰਵਿਧਾਨ ਦੇ ਵਿੱਚ ਆਰਟੀਕਲ 243D ਕਰਨਾ ਆਪਾਂ ਨੇ, D3, D4, T3, T4। ਸੋ ਇਹ 4 ਆਰਟੀਕਲਸ ਇੰਪੋਰਟੈਂਟ ਨੇ ਤੇ ਇਹ ਵੀ ਪੇਪਰਸ ਡੈਫੀਨੇਟਲੀ ਆ ਸਕਦੇ ਆ। ਸੋ ਇਹ ਦੋ ਗੱਲ ਕਰਦੇ ਨੇ ਮਿਊਨਿਸਪੈਲਿਟੀ ਦੀ, ਤੇ ਇਹ ਉੱਪਰਲੇ ਦੋ ਗੱਲ ਕਰਦੇ ਨੇ ਜਿਹੜੇ D ਵਾਲੇ ਨੇ ਪੰਚਾਇਤੀ ਸਿਸਟਮ। ਸੋ ਉਸ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਵੀ ਆਲਮੋਸਟ ਸਿਮਿਲਰ ਨੇ। 14, 15 ਆਪਾਂ ਆਲਰੇਡੀ ਪੜ੍ਹ ਚੁੱਕੇ ਆ, 15(3). ਸੋ 19(1)A ਹਰ ਕਿਸੇ ਨੂੰ ਆਪਣਾ ਫਰੀडम ਆਫ ਸਪੀਚ ਆਫ ਐਕਸਪ੍ਰੈਸ਼ਨ, ਆਪਣੀ ਗੱਲ ਰੱਖ ਸਕਦੇ ਆ, ਸਾਰਿਆਂ ਨੂੰ ਲਾਈਫ ਐਂਡ ਲਿਬਰਟੀ ਹੈ। ਨਾਓ ਕਮਸ ਵੈਰੀ ਵੈਰੀ ਇੰਪੋਰਟੈਂਟ, ਇਹ ਮੈਂ ਘੱਟੋ ਘੱਟ ਤੁਹਾਨੂੰ 10 ਵਾਰੀ ਹੁਣ ਤੱਕ ਦੱਸ ਚੁੱਕੀ ਹਾਂ। 21A ਤੁਹਾਨੂੰ ਪੇਪਰ 'ਚ ਆਉਣ ਦੇ ਬਹੁਤ ਹਾਈ ਚਾਂਸਿਸ ਨੇ। ਸੋ ਫ੍ਰੀ ਕੰਪਲਸਰੀ ਐਜੂਕੇਸ਼ਨ ਹਰ ਬੱਚੇ ਨੂੰ ਸਰਕਾਰ ਮੁਹੱਈਆ ਕਰਵਾਊਗੀ 6 ਤੋਂ 14 ਸਾਲ ਤੱਕ ਦੇ ਨੇ, ਤੇ ਇਹਦੀ ਜ਼ਿੰਮੇਵਾਰੀ ਹੈ ਪੇਰੈਂਟਸ ਦੀ, ਗਾਰਜੀਅਨਸ ਦੀ ਤੇ ਸਰਕਾਰ ਦੀ। ਆਰਟੀਕਲ 23 ਕੋਈ ਟ੍ਰੈਫਿਕਿੰਗ ਨਹੀਂ ਕਰ ਸਕਦੇ, ਬੰਦੂਆ ਮਜ਼ਦੂਰੀ ਨਹੀਂ ਕਰਵਾ ਸਕਦੇ। 24 ਬੱਚਿਆਂ ਨੂੰ ਤੁਸੀਂ ਫੈਕਟਰੀਜ਼ ਵਗੈਰਾ 'ਚ ਕੰਮ ਨਹੀਂ ਕਰਾ ਸਕਦੇ ਜੇ 14 ਸਾਲ ਤੋਂ ਛੋਟੇ ਨੇ। ਜੇ 14 ਤੋਂ 18 ਸਾਲ ਤੱਕ ਦੇ ਨੇ ਤਾਂ ਕਿਸੇ ਹਾਨੀਕਾਰਕ, ਕਿਸੇ ਮਾਈਨ ਹੋ ਗਈ, ਕੋਈ ਕੋਲੇ ਦੀ ਖਾਨ ਹੋ ਗਈ, ਕੋਈ ਪਟਾਖਾ ਫੈਕਟਰੀ ਹੋ ਗਈ ਜਿੱਥੇ ਕਿ ਜਾਨਲੇਵਾ ਖਤਰਾ ਹੈ, ਇੰਪਲੋਇਮੈਂਟ ਹੈਜ਼ਾਰਡੀਅਸ ਹੈ, ਉੱਥੇ ਕੰਮ ਨਹੀਂ ਕਰਵਾ ਸਕਦੇ। ਸੋ ਆਰਟੀਕਲ 24 ਇਹਦੀ ਪ੍ਰੋਹਿਬਿਸ਼ਨ ਦਿੰਦਾ ਹੈ। ਆਰਟੀਕਲ 39, 39E ਵਰਕਰ ਦੀ, ਮੈਨ ਵੀਮੈਨ ਜਿਹੜੇ ਬੱਚੇ ਨੇ ਜੇ ਕੋਈ ਕੰਮ ਕਰ ਰਿਹਾ ਕਿਤੇ, ਤਾਂ ਜਿਵੇਂ ਆਰਟੀਕਲ 24 ਦੇ ਅਨੁਸਾਰ ਵੀ ਜੇ 14 ਤੋਂ 18 ਸਾਲ ਦੇ ਵੀ ਬੱਚੇ ਨੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਿਆਨ ਦੇਣ ਕਿ ਫੈਕਟਰੀਆਂ ਦੇ ਵਿੱਚ ਪ੍ਰੋਪਰ ਵੈਂਟੀਲੇਸ਼ਨ ਹੈ, ਉਹਨਾਂ ਨੂੰ ਸਹੀ ਇੱਕ ਸੇਫ ਇਨਵਾਇਰਨਮੈਂਟ ਦੇ ਵਿੱਚ ਉਹ ਕੰਮ ਕਰ ਰਹੇ ਨੇ। ਦੈਨ 39F ਕਹਿੰਦਾ ਹੈ ਕਿ ਇੱਕ ਹੈਲਦੀ ਮੈਨਰ ਦੇ ਵਿੱਚ ਬੱਚਿਆਂ ਨੂੰ ਵੱਡੇ ਹੋਣ ਦੇ ਲਈ ਓਪਰਚੁਨਿਟੀਜ਼ ਦੇਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਫਰੀडम ਤੇ ਡਿਗਨਿਟੀ ਬਚਪਨ ਦੇ ਵਿੱਚ ਮਿਲੇ, ਐਕਸਪਲੋਇਟੇਸ਼ਨ ਨਾ ਹੋਵੇ, ਉਹਨਾਂ ਦੀ ਮੋਰਲ ਮਟੀਰੀਅਲ ਅਬੈਂਡਨਮੈਂਟ ਨਾ ਹੋਵੇ। ਆਰਟੀਕਲ 45 ਗੱਲ ਕਰਦਾ ਅਰਲੀ ਚਾਈਲਡਹੁੱਡ ਕੇਅਰ ਦੀ। ਸੋ ਏਜ 6 ਤੱਕ ਜਿਹੜਾ ਆਂਗਨਵਾੜੀ ਸਿਸਟਮ ਹੈ, ICDS ਸਕੀਮ ਹੈ। ਸੋ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਕਿ ਉਹ ਕਿਹੜੇ ਆਰਟੀਕਲ 'ਚੋਂ, ਕਿਹੜੇ ਡਾਇਰੈਕਟਿਵ ਪ੍ਰਿੰਸੀਪਲ 'ਚੋਂ ਨਿਕਲ ਕੇ ਆ ਰਹੀ ਹੈ। ਸੋ ਨਿਕਲ ਕੇ ਆ ਰਹੀ ਹੈ ਆਰਟੀਕਲ 45 ਚੋਂ। ਦੈਨ 46 47 ਆਪਾਂ ਆਲਰੇਡੀ ਉੱਪਰ ਕਵਰ ਕਰ ਚੁੱਕੇ ਆ ਵਿਮਨ ਦੇ ਅੰਡਰ। ਸੋ ਫਰਸਟ ਟੌਪਿਕ ਆਪਣਾ ਹੋ ਚੁੱਕਿਆ ਹੈ ਕੌਨਸਟੀਟਿਊਸ਼ਨਲ ਪ੍ਰੋਵੀਜ਼ਨ। ਸੋ ਅਗੇਨ ਆਈ ਐਮ ਰਿਪੀਟਿੰਗ ਕਿ ਜਿੰਨੇ ਵੀ ਆਰਟੀਕਲ ਕੀਤੇ ਨੇ ਸਾਰੇ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਆ। ਨੈਕਸਟ ਆ ਜਾਂਦੀ ਹੈ ਨੈਸ਼ਨਲ ਪਾਲਿਸੀ ਫॉर ਚਿਲਡਰਨ 2013। 18 ਅਪ੍ਰੈਲ 2013 ਨੂੰ ਯੂਨੀਅਨ ਕੈਬਨਿਟ ਨੇ ਅਪਰੂਵ ਕੀਤੀ ਸੀ ਨੈਸ਼ਨਲ ਪਾਲਿਸੀ ਬੱਚਿਆਂ ਦੇ ਲਈ। ਸੋ ਇਹਦੇ ਅੰਦਰ ਦੇਸ਼ ਭਰ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮ ਤੇ ਸਕੀਮਾਂ ਬੱਚਿਆਂ ਦੇ ਲਈ ਲਾਂਚ ਕਰਵਾਈਆਂ ਗਈਆਂ। ਸੋ ਨੈਸ਼ਨਲ, ਸਟੇਟ ਤੇ ਲੋਕਲ ਲੈਵਲ ਦੀਆਂ ਸਰਕਾਰਾਂ ਨੂੰ ਇਹਦੇ ਅੰਦਰ ਬਹੁਤ ਸਾਰੇ
ਸਟੈਪ ਚੱਕਣ ਲਈ ਕਿਹਾ, ਹਿਦਾਇਤਾਂ ਦਿੱਤੀਆਂ। ਸੋ ਸੰਵਿਧਾਨ ਫੰਡਾਮੈਂਟਲ ਰਾਈਟ ਹਰ ਬੱਚੇ ਨੂੰ ਗਰੰਟੀ ਕਰਦਾ, ਆਪਾਂ ਨੂੰ ਪਤਾ ਹੈ, ਪਰ ਹੁਣ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਜਿਹੜੇ ਸਪੈਸ਼ਲ ਪ੍ਰੋਵੀਜ਼ਨਸ ਨੇ ਬੱਚਿਆਂ ਦੇ ਲਈ, ਸਪੈਸ਼ਲ ਕੋਈ ਸਕੀਮਾਂ ਨੇ, ਪ੍ਰੋਗਰਾਮ ਨੇ, ਕਿਵੇਂ ਲੈ ਕੇ ਆਉਣੇ ਨੇ, ਉਹਨਾਂ ਨੂੰ ਲਾਗੂ ਕਿਵੇਂ ਕਰਵਾਉਣਾ ਹੈ। ਸੋ ਜਿਹੜੀ ਚਾਈਲਡ ਪਾਲਿਸੀ ਹੈ, ਇਹ ਨੈਸ਼ਨਲ ਪਾਲਿਸੀ 2013 ਦੀ, ਬੇਸਿਕਲੀ ਇਹ ਹੁਣ ਕੀ ਗੱਲ ਕਰਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਦੱਸਦੀ ਹੈ ਕਿ ਇੱਕ ਬੱਚਾ ਕੌਣ ਹੈ। ਸੋ ਇਹਨਾਂ ਦੇ ਅਨੁਸਾਰ ਚਿਲਡਰਨ ਕੋਈ ਵੀ ਪਰਸਨ ਹੈ ਜਿਹਦੀ ਉਮਰ 18 ਸਾਲ ਤੋਂ ਨੀਚੇ ਹੈ। ਇੰਟੈਗਰਲ ਪਾਰਟ ਹੈ ਬੱਚੇ ਦਾ, ਜਿਹੜਾ ਬਚਪਨ ਦਾ ਸਮਾਂ ਹੈ, ਚਾਈਲਡਹੁੱਡ, ਉਹ ਬਹੁਤ ਇੰਪੋਰਟੈਂਟ ਹੈ। ਚਾਈਲਡਹੁੱਡ ਕਿਸੇ ਵੀ ਬੱਚੇ ਦਾ ਖਰਾਬ ਨਹੀਂ ਜਾਣਾ ਚਾਹੀਦਾ, ਤੇ ਇਹ ਮੇਕ ਸ਼ੋਰ ਕਰਨਾ ਸਰਕਾਰਾਂ ਨੇ। ਚਿਲਡਰਨ ਹੋਮੋਜੀਨਸ ਗਰੁੱਪ ਨਹੀਂ ਹੈ, ਡਿਫਰੈਂਟ ਜ਼ਰੂਰਤਾਂ ਨੇ ਅਲੱਗ-ਅਲੱਗ ਬੱਚਿਆਂ ਦੇ। ਸੋ ਆਪਾਂ ਨੇ ਜਿਹੜੀਆਂ ਕੋਈ ਵੀ ਬੱਚਿਆਂ ਨੂੰ ਲੈ ਕੇ ਪ੍ਰੋਟੈਕਸ਼ਨ ਡਿਵੈਲਪਮੈਂਟ ਦੇ ਸਟੈਪ ਚੱਕਣੇ ਨੇ, ਤਾਂ ਅਲੱਗ-ਅਲੱਗ ਤਰੀਕੇ ਦੇ ਸਰਕਮਸਟਾਂਸਿਸ ਨੂੰ, ਬੱਚਿਆਂ ਦੀ ਨੀਡਸ ਨੂੰ ਦੇਖ ਕੇ ਚੱਕਣੇ ਨੇ। ਸੋ ਕੁਝ ਬੱਚਿਆਂ ਨੂੰ ਲੌਂਗ ਟਰਮ ਜ਼ਰੂਰਤ ਹੈ, ਸਸਟੇਨੇਬਲ, ਮਲਟੀ ਸੈਕਟਰਲ, ਇੰਟੀਗ੍ਰੇਟਿਡ, ਇਨਕਲੂਸਿਵ ਅਪਰੋਚ ਆਪਾਂ ਨੇ ਅਪਣਾਉਣੀ ਹੈ। ਸੋ ਰੀਅਫਰਮ ਕਰ ਰਹੀ ਹੈ ਇਹ ਪਾਲਿਸੀ ਕਿ ਹਰ ਬੱਚਾ ਯੂਨੀਕ ਹੈ, ਅਲੱਗ ਹੈ, ਤੇ ਆਪਣੇ ਦੇਸ਼ ਦਾ ਇੱਕ ਬਹੁਤ ਇੰਪੋਰਟੈਂਟ ਐਸੈਟ ਹੈ, ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ। ਸਪੈਸ਼ਲ ਮੈਜਰਸ ਆਪਾਂ ਨੇ ਚੱਕਣੇ ਨੇ, ਕਿਸੇ ਬੱਚੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ, ਉਹਨਾਂ ਨੂੰ ਇੱਕ ਵਧੀਆ ਫੈਮਿਲੀ ਦੇ ਵਿੱਚ, ਇੱਕ ਪਿਆਰ ਵਾਲੀ ਫੈਮਿਲੀ ਦੇ ਵਿੱਚ ਗਰੋਥ ਹੋਵੇ, ਬੱਚੇ ਦੀ ਚਾਈਲਡਹੁੱਡ ਵਧੀਆ ਨਿਕਲੇ। ਸੋ ਇਹ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਆਪਾਂ ਨੇ ਲੈਣੀ ਹੈ, ਤੇ ਇਹਦੇ ਵਿੱਚ ਸਰਕਾਰ ਜਿੰਨੀ ਪਰਿਵਾਰਾਂ ਦੀ ਮਦਦ ਕਰ ਸਕਦੀ ਹੈ ਉਨੀ ਕਰੂਗੀ। ਸੋ ਹੁਣ ਮੇਨ ਗਾਈਡਿੰਗ ਪ੍ਰਿੰਸੀਪਲ ਜਿਨ੍ਹਾਂ ਦੇ ਆਧਾਰ ਤੇ ਪਾਲਿਸੀ ਕੰਮ ਕਰਦੀ ਹੈ। ਸੋ ਜਿਹੜੀਆਂ ਇਸ ਪਾਲਿਸੀ ਦੇ ਅੰਦਰ ਸਕੀਮਾਂ, ਪ੍ਰੋਗਰਾਮ ਆਉਂਦੇ ਨੇ, ਉਹ ਕੀ ਚੀਜ਼ ਆਪਣੇ ਦਿਮਾਗ 'ਚ ਰੱਖ ਕੇ ਪ੍ਰੋਗਰਾਮ ਲਾਂਚ ਕਰਦੇ ਨੇ। ਸੋ ਨੰਬਰ 1, ਹਰ ਬੱਚੇ ਦੇ ਕੁਝ ਮਨੁੱਖੀ ਅਧਿਕਾਰ ਨੇ ਜਿਹੜੇ ਉਹਨਾਂ ਤੋਂ ਨਹੀਂ ਖੋਣੇ ਚਾਹੀਦੇ। ਐਵਰੀ ਚਾਈਲਡ ਹੈਜ਼ ਯੂਨੀਵਰਸਲ ਇਨਏਲੀਨੇਬਲ, ਇਨਏਲੀਨੇਬਲ ਦਾ ਮਤਲਬ ਹੁੰਦਾ ਹੈ ਇਨਸੈਪਰੇਬਲ, ਜਿਹੜੇ ਉਹਨਾਂ ਤੋਂ ਆਪਾਂ ਵੱਖ ਨਹੀਂ ਕਰ ਸਕਦੇ। ਇਨਡਿਵਿਜ਼ੀਬਲ, ਕਿਸੇ ਨਾਲ ਵੰਡ ਨਹੀਂ ਸਕਦੇ, ਹਿਊਮਨ ਰਾਈਟ ਆਫ ਚਿਲਡਰਨ ਆਰ ਇੰਟਰਰਿਲੇਟਡ, ਇੰਟਰਡਿਪੈਂਡੈਂਟ, ਇੱਕ ਦੂਜੇ ਦੇ ਉੱਤੇ ਡਿਪੈਂਡ ਕਰਦੇ ਨੇ। ਹਰ ਬੱਚੇ ਨੂੰ ਹੱਕ ਹੈ ਇੱਕ ਵਧੀਆ ਲਾਈਫ ਦਾ, ਸਰਵਾਈਵਲ ਦਾ, ਡਿਵੈਲਪਮੈਂਟ ਦਾ, ਪੜ੍ਹਾਈ ਦਾ, ਪ੍ਰੋਟੈਕਸ਼ਨ ਤੇ ਪਾਰਟਿਸਿਪੇਸ਼ਨ। ਰਾਈਟ ਟੂ ਲਾਈਫ, ਸਰਵਾਈਵਲ ਐਂਡ ਡਿਵੈਲਪਮੈਂਟ ਗੋਜ਼ ਬਿਯੋਂਡ ਫਿਜ਼ੀਕਲ ਐਗਜ਼ਿਸਟੈਂਸ। ਸੋ ਸਿਰਫ ਰਾਈਟ ਟੂ ਲਾਈਫ ਵਗੈਰਾ ਦੇ ਇਹੀ ਮਤਲਬ ਨਹੀਂ ਕਿ ਫਿਜ਼ੀਕਲੀ ਬੱਚਾ ਠੀਕ ਹੋਣਾ ਚਾਹੀਦਾ, ਮੈਂਟਲੀ, ਇਮੋਸ਼ਨਲੀ, ਸੋਸ਼ਲੀ, ਕਲਚਰਲੀ, ਕੋਗਨੀਟਿਵਲੀ ਬੱਚੇ ਦੀ ਡਿਵੈਲਪਮੈਂਟ ਵੀ ਉਨੀ ਹੀ ਇੰਪੋਰਟੈਂਟ ਹੈ। ਸੋ ਟੋਟੈਲਿਟੀ ਦੇ ਵਿੱਚ ਆਪਾਂ ਨੇ ਐਡਰੈਸ ਕਰਨੀਆਂ ਨੇ ਬੱਚੇ ਦੀਆਂ ਨੀਡਸ। ਹਰ ਬੱਚੇ ਨੂੰ ਇਕੁਅਲ ਰਾਈਟਸ ਨੇ, ਕੋਈ ਭੇਦਭਾਵ ਨਹੀਂ ਕਰਨਾ ਕਿਸੇ ਵੀ ਗਰਾਊਂਡ ਉੱਤੇ। ਬੈਸਟ ਇੰਟਰਸਟ ਹੈ ਜਿਹੜਾ ਬੱਚੇ ਦੇ, ਜੋ ਬੱਚੇ ਦੇ ਹਿੱਤ ਵਿੱਚ ਸਭ ਤੋਂ ਬੈਸਟ ਲੱਗਦਾ ਹੈ, ਕੋਈ ਵੀ ਜਿਹੜੀਆਂ ਲੈਜਿਸਲੇਟਿਵ ਬਾਡੀ ਨੇ, ਕੋਈ ਜੁਡੀਸ਼ਰੀ ਹੈ, ਲਾਅ ਮੇਕਿੰਗ ਅਥਾਰਟੀਜ਼ ਨੇ, ਉਹੀ ਚੀਜ਼ ਨੂੰ ਧਿਆਨ 'ਚ ਦੇ ਕੇ ਆਪਣਾ ਡਿਸੀਜਨ ਦੇਣਗੀਆਂ। ਜਿਵੇਂ ਮੋਸਟਲੀ ਬੈਸਟ ਇੰਟਰਸਟ ਦਾ ਕੰਸੈਪਟ ਆਉਂਦਾ ਹੈ ਜਦੋਂ ਆਪਾਂ ਕਸਟਡੀ ਵਗੈਰਾ ਦੀ ਗੱਲ ਕਰਦੇ ਹਾਂ, ਜਿਵੇਂ ਕੋਰਟ ਵਿੱਚ ਕੋਈ ਕਸਟਡੀ ਕੇਸ ਚੱਲ ਰਿਹਾ, ਤਾਂ ਉੱਥੇ ਹੁਣ ਜੋ ਬੱਚੇ ਦੇ ਬੈਸਟ ਇੰਟਰਸਟ ਵਿੱਚ ਹੋਊਗਾ, ਉਹਦਾ ਪੂਰਾ ਫਿਊਚਰ ਦਿਮਾਗ 'ਚ ਰੱਖ ਕੇ, ਬੈਕਗਰਾਊਂਡ ਰੱਖ ਕੇ, ਦੋਨੋਂ ਪੇਰੈਂਟਸ ਦਾ ਪੂਰਾ ਬੈਕਗਰਾਊਂਡ ਰੱਖ ਕੇ ਫਿਰ ਕੋਰਟ ਡਿਸੀਜਨ ਲਵੇ। ਸੋ ਉੱਥੇ ਮੇਨਲੀ ਪੇਰੈਂਟਸ ਨੂੰ ਪ੍ਰਾਇੋਰਟਾਈਜ਼ ਨਹੀਂ ਕਰਨਾ, ਬੱਚੇ ਨੂੰ ਪ੍ਰਾਇੋਰਟਾਈਜ਼ ਕਰਨਾ। ਫੈਮਿਲੀ ਇਨਵਾਇਰਨਮੈਂਟ ਕਿਵੇਂ ਦਾ ਹੈ? ਐਵਰੀ ਚਾਈਲਡ ਹੈਜ਼ ਰਾਈਟ ਟੂ ਲਿਵ ਅ ਲਾਈਫ ਵਿਚ ਇਜ਼ ਫ੍ਰੀ ਫਰੋਮ ਐਕਸਪਲੋਇਟੇਸ਼ਨ। ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖਣਾ ਹੈ। ਸੋ ਇਹ ਮੇਨ ਚੀਜ਼ਾਂ ਨੇ। ਹੁਣ ਇਹ ਪਾਲਿਸੀ ਕੰਮ ਕਿਵੇਂ ਕਰਦੀ ਹੈ? ਸੋ ਨੋਡਲ ਮਿਨਿਸਟਰੀ ਹੈ ਜਿਹੜੀ, ਉਹ ਹੈ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ। ਸੋ ਮੇਨ ਲੀਡ ਕਰਦੀ ਹੈ, ਇਹਨੂੰ ਲਾਗੂ ਕਰਾਉਣ 'ਚ ਕੰਮ ਕਰਦੀ ਹੈ, ਰਿਵਿਊ ਕਰਦੀ ਹੈ। A National Coordination Action Group NCAG for Children under the Minister in charge of Ministry of Child and Development। ਸੋ ਇਸ ਪੂਰੀ ਪਾਲਿਸੀ ਦੀ ਪ੍ਰੋਗਰੈਸ, ਇਹਦਾ ਕੰਮ ਕਿਵੇਂ ਚੱਲ ਰਿਹਾ, ਉਹ ਇੱਕ ਗਰੁੱਪ ਦੇਖੂਗਾ ਜਿਹੜਾ ਕਿ ਮਿਨਿਸਟਰ ਦੇ ਅੰਡਰ ਕੰਮ ਕਰਦਾ ਹੈ, ਇਸੇ ਮਿਨਿਸਟਰੀ ਵਾਲੇ ਦੇ। ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ, ਸਟੇਟ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ। ਸੋ ਇਹਨਾਂ ਨੂੰ ਵੀ ਅਲੱਗ-ਅਲੱਗ ਕੰਮ ਦਿੱਤੇ ਗਏ ਨੇ ਕਿ ਅਲੱਗ-ਅਲੱਗ ਲੈਵਲਸ ਤੇ ਸੈਕਟਰ ਉੱਤੇ ਕੰਮ ਕਰਨ। ਸੋ ਇਸ ਪਾਲਿਸੀ ਨੂੰ ਹਰ 5 ਸਾਲਾਂ ਬਾਅਦ ਦੇਖਿਆ ਜਾਊਗਾ ਕਿ ਇਹਦਾ ਕੰਮ ਸਹੀ ਹੋ ਰਿਹਾ ਨਹੀਂ ਹੋ ਰਿਹਾ। ਫਿਰ ਆਉਂਦੇ ਤੀਜੇ ਨੰਬਰ ਤੇ ਨੈਸ਼ਨਲ ਨਿਊਟ੍ਰੀਸ਼ਨ ਪਾਲਿਸੀ 1993 ਦੀ। So national nutrition policy has been adopted by government in 1993। ਸੋ ਇਹਦੇ ਬਾਰੇ ਆਪਾਂ ਪਹਿਲਾਂ ਵੀ ਥੋੜੀ ਬਹੁਤ ਰੈਲੇਵੈਂਸ ਦੇਖ ਚੁੱਕੇ ਹਾਂ। ਸੋ ਮੇਨ ਨਿਊਟ੍ਰੀਸ਼ਨ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਦੇਸ਼ ਭਰ ਦੇ ਵਿੱਚ ਹਰ ਕਿਸੇ ਤੱਕ ਇੱਕ ਪੌਸ਼ਟਿਕ ਖਾਣਾ ਪਹੁੰਚੇ। ਸੋ ਇਹਦੇ ਅੰਦਰ ਮੇਨ ਜਿਹੜਾ ਇੰਪੈਕਟ ਏਰੀਆਜ਼ ਨੇ ਉਹ ਹੈ ਐਗਰੀਕਲਚਰ, ਜਿੱਥੋਂ ਆਪਣਾ ਮੇਨ ਖਾਣਾ ਆਉਣਾ ਹੈ, ਫੂਡ ਪ੍ਰੋਡਕਸ਼ਨ, ਸਪਲਾਈ, ਐਜੂਕੇਸ਼ਨ, ਇਨਫੋਰਮੇਸ਼ਨ, ਹੈਲਥ ਕੇਅਰ, ਸੋਸ਼ਲ ਜਸਟਿਸ, ਟ੍ਰਾਈਬਲ ਵੈਲਫੇਅਰ, then urban development, rural, labor, women, child, people with special needs, monitoring, surveillance। ਸੋ ਇਹ ਸਾਰਾ ਕੰਮ ਸਹੀ ਤਰੀਕੇ ਨਾਲ ਹੋਵੇ। ਸੋ ਮੋਨੀਟਰਿੰਗ, ਸਰਵੇਲੈਂਸ ਵੀ ਬਹੁਤ ਇੰਪੋਰਟੈਂਟ ਹੈ। ਸੋ ਮੇਨ ਸਟ੍ਰੈਟਜੀ ਹੈ ਡਾਇਰੈਕਟ ਨਿਊਟ੍ਰੀਸ਼ਨ ਇੰਟਰਵੈਂਸ਼ਨ ਲੈ ਕੇ ਆਉਣੀ ਆ ਵਲਨਰੇਬਲ ਗਰੁੱਪਸ ਦੇ ਲਈ, ਸਿਰਫ ਮਹਿਲਾਵਾਂ ਲਈ, ਬੱਚਿਆਂ ਲਈ, ਕੋਈ ਸਪੈਸ਼ਲ ਨੀਡਸ ਵਾਲੇ ਲੋਕਾਂ ਦੇ ਲਈ।
ਸੋ ਡਾਇਰੈਕਟ ਸ਼ਾਰਟ ਟਰਮ ਨਿਊਟ੍ਰੀਸ਼ਨ ਇੰਟਰਵੈਂਸ਼ਨ ਜਿਹੜੀ ਸੁਜੈਸਟ ਕੀਤੀ ਆ ਉਹ ਕੀਤੀ ਆ ਮੇਨਲੀ 6 ਸਾਲ ਤੋਂ ਛੋਟੇ ਬੱਚਿਆਂ ਦੇ ਲਈ, ਕਿ ਸਰਕਾਰਾਂ ਇਹੋ ਜਿਹੀਆਂ ਸਕੀਮਾਂ ਲੈ ਕੇ ਆਉਣ ਜਿਹਦੇ ਅੰਦਰ ਸਪੈਸ਼ਲੀ ਮਦਦ ਕੀਤੀ ਜਾਵੇ 6 ਸਾਲ ਤੋਂ ਛੋਟੇ ਬੱਚਿਆਂ ਦੀ, ਐਡੋਲਸੈਂਟ ਗਰਲਸ ਦੀ, ਕਿਉਂਕਿ ਉਹਨਾਂ ਨੂੰ ਆਪਾਂ ਬਾਰ-ਬਾਰ ਪੜ੍ਹਦੇ ਆ ਰਹੇ ਹਾਂ ਕਿ ਜ਼ਰੂਰਤ ਹੁੰਦੀ ਹੈ ਜ਼ਿਆਦਾ ਪੌਸ਼ਟਿਕ ਖਾਣੇ ਦੀ, ਪ੍ਰੈਗਨੈਂਟ ਲੈਕਟੇਟਿੰਗ ਮਦਰ ਦੀ, ਸੇਫਟੀ ਨੈਟ ਨੂੰ ਐਕਸਪੈਂਡ ਕਰੋ, ਫੈਸਿਲਿਟੇਟ ਕਰੋ ਬਿਹੇਵੀਅਰ ਚੇਂਜ ਮਦਰ ਦੇ ਵਿੱਚ, ਰੀਚ ਕਰੋ, ਤੁਸੀਂ ਪਹੁੰਚੋ ਐਡੋਲਸੈਂਟ ਗਰਲਸ ਤੱਕ, ਬੈਟਰ ਕਵਰੇਜ ਹੋਵੇ, ਦੈਨ ਫੋਰਟੀਫਿਕੇਸ਼ਨ ਆਫ ਅਸੈਂਸ਼ੀਅਲ ਫੂਡ ਆਈਟਮ ਪ੍ਰੋਪਰ ਨਿਊਟ੍ਰੀਐਂਟਸ ਦੇ ਨਾਲ ਮਿਲੇ, ਪੋਪੂਲਰਾਈਜ਼ ਕਰੋ ਲੋ ਕਾਸਟ ਦੇ, ਘੱਟ ਪੈਸੇ ਦੇ ਅਫੋਰਡੇਬਲ ਨਿਊਟ੍ਰੀਸ਼ੀਅਸ ਫੂਡ, ਸੋ ਦੈਟ ਹਰ ਕੋਈ ਲੈ ਸਕੇ। ਤੇ ਜੇ ਕਿਸੇ ਵਿੱਚ ਕੋਈ ਡੈਫੀਸ਼ੀਐਂਸੀਜ਼ ਨੇ ਮਾਈਕਰੋ ਨਿਊਟ੍ਰੀਐਂਟਸ ਦੀਆਂ, ਉਹਨੂੰ ਵੀ ਕੰਟਰੋਲ ਕਰਨਾ। ਸੋ ਇਹਦੇ ਵਿੱਚ ਹੈਲਥ ਕੇਅਰ ਅਥਾਰਟੀਜ਼ ਨੇ ਵੀ ਮਿਲ ਕੇ ਕੰਮ ਕਰਨਾ ਹੈ। ਸੋ ਇਹ ਤਾਂ ਹੋ ਗਈ ਡਾਇਰੈਕਟ। ਸੋ ਇਨਡਾਇਰੈਕਟਲੀ ਵੀ ਅਲੱਗ-ਅਲੱਗ ਸਕੀਮਾਂ ਦੇ ਵਿੱਚ ਇਸ ਪਾਲਿਸੀ ਨੇ ਕਿਹਾ ਕਿ ਜਿਹੜੀ ਵੀ ਨਿਊਟ੍ਰੀਸ਼ਨ ਨੂੰ ਲੈ ਕੇ ਕੰਮ ਕਰਨ ਦੀ ਜ਼ਰੂਰਤ ਹੈ ਇੰਸਟੀਟਿਊਸ਼ਨਲ ਸਟਰਕਚਰ ਲੈਵਲ ਦੀ, ਸੋ ਉਹ ਵੀ ਆਪਾਂ ਨੇ ਕਰਨੇ ਨੇ। ਸੋ ਇਹ ਬਹੁਤ ਹੀ ਬੇਸਿਕ ਹੈ, ਤੁਸੀਂ ਇੱਕ ਵਾਰੀ ਪੜ੍ਹ ਸਕਦੇ ਹੋ। ਸੋ 1995 ਦੇ ਵਿੱਚ ਫਰਦਰ ਇਹਨੂੰ ਐਕਸਪੈਂਡ ਕੀਤਾ ਸੀ, ਹੋਰ ਇਹਦੀ ਰੀਚ ਵਧਾਈ ਸੀ। ਨੀਤੀ ਆਯੋਗ ਨੇ ਮੈਂਡੇਟ ਕੀਤੀ ਹੈ ਕਿ ਐਗਜ਼ਾਮਿਨ ਕਰੂਗੀ ਐਮਰਜਿੰਗ ਡੇਟਾ ਕਿ ਨਿਊਟ੍ਰੀਸ਼ਨ ਨੂੰ ਲੈ ਕੇ ਕਿਵੇਂ ਚੱਲ ਰਿਹਾ ਦੇਸ਼ ਭਰ ਦੇ ਵਿੱਚ, ਤੇ ਫਿਰ ਜਿਹੜੀਆਂ ਵੀ ਸਟੇਟਸ ਯੂਟੀਜ਼ ਪੂਅਰ ਪਰਫਾਰਮ ਕਰ ਰਹੀਆਂ ਨੇ ਨਿਊਟ੍ਰੀਸ਼ਨ ਨੂੰ ਲੈ ਕੇ, ਸੋ ਫਿਰ ਵਿਮਨ ਚਾਈਲਡ ਡਿਵੈਲਪਮੈਂਟ ਤੇ ਹੈਲਥ ਵੈਲਫੇਅਰ ਫੈਮਿਲੀ ਵੈਲਫੇਅਰ ਮਿਨਿਸਟਰੀਆਂ ਮਿਲ ਕੇ ਨੀਤੀ ਆਯੋਗ ਦੇ ਨਾਲ ਕੰਮ ਕਰਨਗੀਆਂ ਤੇ ਜਿਹੜੀ ਪਾਲਿਸੀ ਹੈ ਇਹਨੂੰ ਇੰਪਲੀਮੈਂਟ ਕਰਵਾਉਣ ਦੇ ਵਿੱਚ ਹੈਲਪ ਕਰਨਗੀਆਂ। ਸੋ ਇਹ ਕਰੰਟ ਸਟੇਟਸ ਹੈ। ਫਿਰ ਆਉਂਦੀ ਹੈ 2001 ਦੀ ਨੈਸ਼ਨਲ ਪਾਲਿਸੀ ਫॉर ਇੰਪਾਵਰਮੈਂਟ ਆਫ ਵਿਮਨ। ਹੁਣ ਵਿਮਨ ਦੀ ਇੰਪਾਵਰਮੈਂਟ ਦੇ ਲਈ 20 ਮਾਰਚ 2001 ਨੂੰ ਮਹਿਲਾਵਾਂ ਨੂੰ ਆਪਾਂ ਨੇ ਉੱਪਰ ਲੈ ਕੇ ਆਉਣਾ ਹੈ, ਉਹਨਾਂ ਦੀ ਡਿਵੈਲਪਮੈਂਟ ਐਡਵਾਂਸਮੈਂਟ ਕਰਨੀ ਹੈ, ਉਹਨਾਂ ਦੇ ਅਗੇਂਸਟ ਹਰ ਤਰੀਕੇ ਦਾ ਭੇਦਭਾਵ ਡਿਸਕ੍ਰਿਮੀਨੇਸ਼ਨ ਖਤਮ ਕਰਨਾ ਹੈ। ਸੋ ਇਹਨੂੰ ਲੈ ਕੇ 2001 ਦੀ ਸਕੀਮ ਆਈ ਸੀ। ਸੋ ਇਹਦੇ ਵਿੱਚ ਕੁਝ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਬਸ ਤੁਸੀਂ ਇਹੀ ਦੇਖਣਾ ਹੈ ਕਿ ਕਦੋਂ ਆਈ ਸੀ, ਕੀ ਸੀ ਇਹਦੇ ਵਿੱਚ ਮੇਨ। ਸੋ ਵਿਮਨ ਦੀ ਇਕਨੋਮਿਕ ਸੋਸ਼ਲ ਹਰ ਤਰੀਕੇ ਦੀ ਐਮਪਾਵਰਮੈਂਟ, ਉਹਨਾਂ ਨੂੰ ਪੜ੍ਹਾਈ ਪ੍ਰੋਵਾਈਡ ਕਰਨੀ, ਇਲੈਕਸ਼ਨਸ ਦੇ ਵਿੱਚ ਪੋਲੀਟੀਕਲੀ ਵਿਮਨ ਸਟਰੋਂਗ ਹੋਣ, ਜਿਹਦੇ ਲਈ ਆਪਾਂ ਰਿਜ਼ਰਵੇਸ਼ਨਸ ਵਗੈਰਾ ਦੇਖਦੇ ਹਾਂ। ਸੋ ਉਹਨਾਂ ਨੂੰ ਹੋਲਿਸਟਿਕ ਹੈਲਥ ਡਿਵੈਲਪਮੈਂਟ ਦੇਣੀ, ਨਿਊਟ੍ਰੀਸ਼ਨ ਦੇਣੀ, ਦੈਨ ਜੋ ਉਹਨਾਂ ਨੂੰ ਕੋਈ ਐਲਡਰਲੀ ਕੇਅਰ ਚਾਹੀਦੀ ਆ ਉਹ ਪ੍ਰੋਵਾਈਡ ਕਰਵਾਉਣੀ। ਸੋ ਇਹ ਆਪਾਂ ਨੇ ਆਲਰੇਡੀ ਆਰਟੀਕਲਸ ਦੇਖ ਲਏ। ਸੋ ਇਹੀ ਇੱਥੇ ਦੁਬਾਰਾ ਰਿਪੀਟ ਹੋ ਰਹੇ ਨੇ। 73rd ਤੇ 74th ਅਮੈਂਡਮੈਂਟ, ਯੂਨੀਵਰਸਲ ਐਡਲਟ ਸਫਰੇਜ, ਆਰਟੀਕਲ 326 ਕਹਿੰਦਾ ਕਿ ਜੋ 18 ਸਾਲ ਦਾ ਹੋ ਗਿਆ ਭਾਰਤ ਦੇ ਅੰਦਰ ਉਹਨੂੰ ਵੋਟ ਦੇਣ ਦਾ ਅਧਿਕਾਰ ਹੈ। ਸੋ ਰਿਜ਼ਰਵੇਸ਼ਨ ਵਾਲੀ ਗੱਲ ਪੋਲੀਟੀਕਲ ਇੰਪਾਵਰਮੈਂਟ ਦੇ ਅੰਦਰ ਆਉਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਬੇਸਿਕ ਨੇ, ਕੁਝ ਟੈਕਨੀਕਲ ਨਹੀਂ ਹੈ। ਸੋ 2016 ਦੇ ਵਿੱਚ ਮਿਨਿਸਟਰੀ ਆਫ ਵਿਮਨ ਤੇ ਚਾਈਲਡ ਡਿਵੈਲਪਮੈਂਟ ਨੇ ਇੱਕ ਡਰਾਫਟ ਤਿਆਰ ਕੀਤਾ ਸੀ ਨੈਸ਼ਨਲ ਪਾਲਿਸੀ ਫॉर ਵਿਮਨ ਦਾ। ਸੋ ਜਿਹੜਾ ਡਰਾਫਟ ਸੀ 2001 ਵਾਲੀ ਜਿਹੜੀ ਪਾਲਿਸੀ ਹੈ ਇਹਦਾ ਹੀ ਇੱਕ ਆਰਟੀਕੂਲੇਟਡ ਵਰਜ਼ਨ ਸੀ, ਇੱਕ ਮਾਡਰਨ ਵਰਜ਼ਨ ਸੀ। ਸੋ ਇਹਦੇ 'ਚ ਇਹ ਕਿਹਾ ਗਿਆ ਕਿ ਪ੍ਰੋਪਰ ਸੈਕਟਰ ਸਪੈਸੀਫਿਕ ਚੀਜ਼ਾਂ ਲੈ ਕੇ ਆਓ, ਕਿ ਪ੍ਰਾਇੋਰਿਟੀ ਏਰੀਆਜ਼ ਰੱਖੋ ਕਿ ਵਿਮਨ ਨੂੰ ਨੰਬਰ 1 ਪਹਿਲ ਤੌਰ ਤੇ ਕਿੱਥੇ ਕਿੱਥੇ ਇੰਪਾਵਰ ਕਰਨ ਦੀ ਜ਼ਰੂਰਤ ਹੈ। ਜਿਵੇਂ ਹੈਲਥ ਦੇ ਵਿੱਚ ਆਪਾਂ ਵਿਮਨ ਨੂੰ ਪਹਿਲਾਂ ਫੂਡ ਸਿਕਿਉਰਿਟੀ ਤੇ ਨਿਊਟ੍ਰੀਸ਼ਨ ਦੇਣ ਦੀ ਲੋੜ ਹੈ, ਫਿਰ ਵਿਮਨ ਐਜੂਕੇਸ਼ਨ ਵੱਲ ਧਿਆਨ ਦਿਓ, ਇਕੋਨਮੀ ਵੱਲ ਧਿਆਨ ਦਿਓ। ਸੋ ਇਸ ਤਰੀਕੇ ਨਾਲ ਉਹਨਾਂ ਨੇ ਪ੍ਰਾਇੋਰਟਾਈਜ਼ ਕਰ ਲਿਆ ਸੀ। ਫਿਰ ਉਹ ਕਹਿੰਦੇ ਕਿ ਆਪਾਂ ਨੇ ਐਵੇਂ ਹੀ ਇਸੇ ਸਟੈਪ ਬਾਏ ਸਟੈਪ ਹੀ ਲਾਗੂ ਕਰਨਾ। ਦੈਨ ਬੇਟੀ ਬਚਾਓ ਬੇਟੀ ਪੜ੍ਹਾਓ ਸੈਂਟਰਲੀ ਸਪਾਂਸਰਡ ਸਕੀਮ ਹੈ ਮਹਿਲਾ ਤੇ ਬੱਚਿਆਂ ਦੇ ਲਈ, ਵੈਰੀ ਇੰਪੋਰਟੈਂਟ। ਸੋ ਬੇਟੀਆਂ ਨੂੰ ਜੇ ਆਪਾਂ ਪੜ੍ਹਾਵਾਂਗੇ, ਉਹਨਾਂ ਨੂੰ ਇੰਡੀਪੈਂਡੈਂਟ ਬਣਾਵਾਂਗੇ, ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਗੀਆਂ, ਦੇਸ਼ ਦੀ ਇਕੋਨਮੀ ਦੇ ਵਿੱਚ ਵੀ ਕੰਟਰੀਬਿਊਟ ਕਰਨਗੀਆਂ, ਆਪਣੇ ਘਰ ਦੇ ਵਿੱਚ ਵੀ। ਕੱਲ੍ਹ ਨੂੰ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਵਿਆਹ ਤੋਂ ਬਾਅਦ ਕਿਤੇ ਵੀ, ਤਾਂ ਉਹ ਆਪਣੇ ਆਪ ਸਟੈਂਡ ਕਰ ਸਕਦੇ ਨੇ, ਕਿਸੇ ਉੱਤੇ ਬੋਝ ਨਹੀਂ ਹੋਣਗੀਆਂ। ਸੋ ਬੇਟੀ ਬਚਾਓ ਦਾ ਮਤਲਬ ਹੈ ਕਿ ਜਿਹੜੀ ਪਹਿਲਾਂ ਭਰੂਣ ਹੱਤਿਆ ਹੁੰਦੀ ਸੀ, ਫੀਮੇਲ ਇਨਫੈਂਟੀਸਾਈਡ ਆਪਾਂ ਪੜ੍ਹਦੇ ਆ ਰਹੇ ਹਾਂ, ਉਸ ਟਾਈਪ ਦੇ ਇਸ਼ੂਜ਼ ਨੂੰ ਕਰਬ ਕਰਨ ਦੇ ਲਈ ਇਹ ਸਕੀਮ ਲਿਆਂਦੀ ਗਈ ਕਿ ਬੇਟੀਆਂ ਨੂੰ ਬਚਾਓ ਤੇ ਉਹਨਾਂ ਨੂੰ ਫਿਰ ਪੜ੍ਹਾਓ, ਨਾ ਕਿ ਉਹਨਾਂ ਨੂੰ ਬੋਝ ਸਮਝੋ। ਸੋ ਇੱਕ ਜਾਗਰੂਕਤਾ ਕੈਂਪੇਨ ਹੈ। ਵੈਲਫੇਅਰ ਸਰਵਿਸਿਜ਼ ਵਿਮਨ ਦੇ ਜਿਹੜੇ ਗਰਲਸ ਦੇ ਇਸ਼ੂਜ਼ ਨੇ ਉਹਨਾਂ ਦੇ ਅਗੇਂਸਟ ਇੱਕ ਆਵਾਜ਼ ਉਠਾਈ ਗਈ ਹੈ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 22 ਜਨਵਰੀ 2015, ਸੋ ਐਗਜ਼ੈਕਟ ਡੇਟ ਵਿਦ ਈਅਰ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਇੰਪੋਰਟੈਂਟ ਸਕੀਮ ਹੈ। ਤੇ ਇਸ ਸਕੀਮ ਨੂੰ ਇੱਦਾਂ ਲਾਂਚ ਕੀਤੀ, ਜੁਆਇੰਟਲੀ ਮਿਲ ਕੇ ਚਲਾਉਂਦੇ ਆ ਮਿਨਿਸਟਰੀ ਆਫ ਵਿਮਨ ਚਾਈਲਡ ਡਿਵੈਲਪਮੈਂਟ, ਹੈਲਥ ਫੈਮਿਲੀ ਵੈਲਫੇਅਰ, ਹਿਊਮਨ ਰਿਸੋਰਸ ਡਿਵੈਲਪਮੈਂਟ। ਸੋ ਨੈਸ਼ਨਲ ਇਨੀਸ਼ੀਏਟਿਵ ਹੈ। ਸੋ ਮੇਨ ਜਿਹੜੀ ਚਾਈਲਡ ਸੈਕਸ ਰੇਸ਼ੋ ਹੋ ਰਹੀ ਹੈ ਡਿਕਲਾਈਨ। ਸੋ ਹਰ ਮੁੰਡਿਆਂ ਦੇ ਪਿੱਛੇ ਜਿਹੜੀ ਕੁੜੀਆਂ ਦਾ ਇੱਕ ਰੇਸ਼ੋ ਹੁੰਦੀ ਹੈ, ਨੰਬਰ ਹੁੰਦਾ, ਸੋ ਉਹ ਘਟ ਰਿਹਾ। ਦੱਸਿਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿ ਫੀਮੇਲ ਇਨਫੈਂਟੀਸਾਈਡ ਵਗੈਰਾ ਆਪਾਂ ਨੇ ਸਟਾਰਟਿੰਗ ਵਾਲੇ ਯੂਨਿਟਸ ਵਿੱਚ ਪੜ੍ਹਿਆ ਵੀ ਹੈ ਕਿ ਕੀ ਕਾਰਨ ਨੇ, ਕਿਉਂ ਕੁੜੀਆਂ ਦੇ ਬਦਲੇ ਮੁੰਡਿਆਂ ਨੂੰ ਜ਼ਿਆਦਾ ਇੱਕ ਪੈਟਰੀਆਰਕਲ ਸੁਸਾਇਟੀ ਵਿੱਚ ਪ੍ਰੈਫਰ ਕੀਤਾ ਜਾਂਦਾ ਸੀ। ਸੋ ਅੱਜ ਕੱਲ੍ਹ ਵੈਸੇ ਚੀਜ਼ਾਂ ਬਹੁਤ ਜ਼ਿਆਦਾ ਚੇਂਜ ਹੋ ਗਈਆਂ, ਬਟ ਸਟਿਲ ਕੁਝ ਇਹੋ ਜਿਹੇ ਏਰੀਆਜ਼ ਨੇ ਜਿੱਥੇ ਹਜੇ ਵੀ ਕੁੜੀਆਂ ਨੂੰ ਇੱਕ ਬੋਝ ਸਮਝਿਆ ਜਾਂਦਾ ਹੈ। ਸੋ ਇਨੀਸ਼ੀਅਲੀ ਜਦੋਂ ਸਕੀਮ ਲਾਂਚ ਕੀਤੀ ਸੀ ਤਾਂ ਉਹਦੀ ਫੰਡਿੰਗ ਸੀ 100 ਕਰੋੜ,
ਤੇ ਮੇਨ ਟਾਰਗੇਟ ਕੀਤੇ ਗਏ ਸੀ ਯੂਪੀ, ਹਰਿਆਣਾ, ਉੱਤਰਾਖੰਡ, ਪੰਜਾਬ, ਬਿਹਾਰ ਤੇ ਦਿੱਲੀ। ਸੋ ਇਹ 6 ਜਗ੍ਹਾ ਇਸ ਸਟੇਟ ਯੂਟੀ ਦੇ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਤੇ 100 ਕਰੋੜ ਦੇ ਨਾਲ ਇਹ ਸਕੀਮ ਸਟਾਰਟ ਕੀਤੀ ਸੀ। ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਤਿਆਰ ਕੀਤੀ ਸੀ ਬੀਜੇਪੀ ਨੇ ਪ੍ਰਮੋਟ ਕਰਨ ਦੇ ਲਈ ਇਸ ਸਕੀਮ ਨੂੰ ਪੂਰੇ ਦੇਸ਼ ਭਰ ਦੇ ਵਿੱਚ। ਸੋ ਜਿਹੜੀ ਐਗਜ਼ੀਕਿਊਟਿਵ ਕਮੇਟੀ ਸੀ ਨੇ ਅਲੱਗ-ਅਲੱਗ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਵੀ ਨਾਲ ਪ੍ਰਮੋਟ ਕੀਤਾ। ਜਨਵਰੀ 2015 ਤੋਂ ਹੀ ਸੇਵ ਗਰਲ ਚਾਈਲਡ, ਐਜੂਕੇਟ ਗਰਲ ਚਾਈਲਡ। ਡਾਕਟਰ ਰਜਿੰਦਰ ਫਾੜਕੇ ਨੈਸ਼ਨਲ ਕਨਵੀਨਰ ਸੀ ਇਸ ਅਭਿਆਨ ਦੇ। ਸੋ ਇਹ ਨਾਮ ਇੰਪੋਰਟੈਂਟ ਹੈ, ਡਾਕਟਰ ਰਜਿੰਦਰ ਫਾੜਕੇ। ਸੋ ਡੇਟ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਸੈਕਸ ਰੇਸ਼ੋ ਕਿੰਨੀ ਘੱਟ ਹੈ, ਇੱਥੇ ਰੈਪੀਟੇਟਿਵ ਹੈ। ਸੋ ਮੇਨ ਮਕਸਦ ਹੈ ਇਸ ਸਕੀਮ ਦਾ ਪ੍ਰੀਵੈਂਟ ਕਰਨਾ ਜੈਂਡਰ ਬੇਸ ਸੈਕਸ ਸਿਲੈਕਟਿਵ ਐਲੀਮੀਨੇਸ਼ਨ। ਸੋ ਜਿਹੜਾ ਆਪਾਂ ਨੇ ਪਹਿਲਾਂ ਵੀ ਪੜ੍ਹਿਆ ਕਿ ਪਹਿਲਾਂ ਹੀ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਦੀ ਇਲੀਗਲ ਤਰੀਕੇ ਨਾਲ ਅਲਟਰਾਸਾਊਂਡ ਕਰਵਾ ਕੇ ਜੈਂਡਰ ਪਤਾ ਕਰਵਾਇਆ ਜਾਂਦਾ ਹੈ, ਤੇ ਫਿਰ ਜਦੋਂ ਫੀਮੇਲ ਹੁੰਦੀ ਹੈ ਤਾਂ ਉਹਦਾ ਅਬੋਰਸ਼ਨ ਕਰਵਾਇਆ ਜਾਂਦਾ ਹੈ ਇਲੀਗਲ ਤਰੀਕੇ ਨਾਲ, ਫੀਮੇਲ ਇਨਫੈਂਟੀਸਾਈਡ। ਸੋ ਉਸ ਚੀਜ਼ ਨੂੰ ਰੋਕਣ ਦੇ ਲਈ, ਗਰਲ ਚਾਈਲਡ ਦੀ ਪ੍ਰੋਟੈਕਸ਼ਨ ਤੇ ਸਰਵਾਈਵਲ ਦੇ ਲਈ ਉਹਨਾਂ ਨੂੰ ਪੜ੍ਹਾਇਆ ਜਾਵੇ, ਦੁਨੀਆ ਵਿੱਚ ਆਉਣ, ਆਪਣਾ ਨਾਮ ਕਮਾਉਣ, ਪੜ੍ਹਨ, ਆਪਣੀ ਇੱਕ ਪਹਿਚਾਣ ਬਣਾਉਣ। ਸੋ ਉਸ ਚੀਜ਼ ਨੂੰ ਇਨਸ਼ੋਰ ਕਰਨ ਦੇ ਲਈ ਸਕੀਮ ਨੂੰ ਲਿਆਂਦਾ ਗਿਆ। ਸੋ ਇਹਦੇ 'ਚ ਇੱਕ ਹੋਰ ਇੰਪੋਰਟੈਂਟ ਚੀਜ਼ ਹੈ, ਐਲੀਜੀਬਿਲਿਟੀ ਹੈ ਇੱਕ ਸੁਕੰਨਿਆ ਸਮਰਿੱਧੀ ਯੋਜਨਾ ਅਕਾਊਂਟ। ਸੋ ਹੁਣ ਜਿਹੜੀ ਸਕੀਮ ਹੈ ਇੱਕ ਵਾਈਡਰ ਸਕੀਮ ਹੈ, ਇਹਦੇ ਅੰਦਰ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਸਕੀਮਸ ਆਉਂਦੀਆਂ ਨੇ। ਸੋ ਜਿਹੜੀਆਂ ਕਿ ਪੇਰੈਂਟਸ ਨੂੰ, ਲੀਗਲ ਗਾਰਡੀਅਨਸ ਨੂੰ ਹੈਲਪ ਕਰਦੀਆਂ ਨੇ ਤੇ ਉਹਨਾਂ ਨੂੰ ਮੋਟੀਵੇਟ ਕਰਦੀਆਂ ਨੇ ਕਿ ਤੁਸੀਂ ਆਪਣੀ ਬੇਟੀ ਨੂੰ ਪੈਦਾ ਕਰੋ, ਉਹਨੂੰ ਇਸ ਦੁਨੀਆ ਵਿੱਚ ਆਉਣ ਦਿਓ। ਸੋ ਉਹਦਾ ਇੱਕ ਅਕਾਊਂਟ ਖੁਲਵਾਇਆ ਜਾਂਦਾ ਹੈ, ਸੁਕੰਨਿਆ ਸਮਰਿੱਧੀ ਯੋਜਨਾ। ਸੋ ਐਲੀਜੀਬਿਲਿਟੀ ਕੀ ਹੈ ਕਿ ਸਿਰਫ ਪੇਰੈਂਟਸ, ਲੀਗਲ ਗਾਰਡੀਅਨ ਹੀ ਆਪਣੀ ਬੱਚੀ ਦੇ ਨਾਮ ਦੇ ਉੱਤੇ, ਗਰਲ ਚਾਈਲਡ ਦੇ ਨਾਮ ਦੇ ਉੱਤੇ ਅਕਾਊਂਟ ਖੁਲਵਾ ਸਕਦੇ ਨੇ। 10 ਸਾਲ ਤੋਂ ਛੋਟੀ ਉਮਰ ਦੀ ਹੋਣੀ ਚਾਹੀਦੀ ਹੈ ਤੇ ਅਕਾਊਂਟ 21 ਸਾਲ ਦੀ ਉਮਰ ਤੱਕ ਰਹੂ। ਸੋ ਮੇਨ ਇਹਦਾ ਮਕਸਦ ਹੈ ਕਿ ਤੁਸੀਂ ਇਨੀਸ਼ੀਅਲੀ 250 ਰੁਪਏ ਦੇ ਨਾਲ, ਸਿਰਫ 250 ਰੁਪਏ ਦੇ ਨਾਲ ਅਕਾਊਂਟ ਖੁਲਵਾ ਸਕਦੇ ਹੋ। ਸੋ ਐਨੂਅਲੀ 1 ਸਾਲ ਦੇ ਵਿੱਚ ਤੁਸੀਂ ਇਸ ਅਕਾਊਂਟ 1.5 ਲੱਖ ਰੁਪਏ ਹੀ ਪਾ ਸਕਦੇ ਹੋ। ਸੋ ਇਹ ਜਿਹੜੀ ਸਕੀਮ ਹੈ, ਇੱਕ ਬੱਚੇ ਦੇ ਲਈ ਇੱਕ ਅਕਾਊਂਟ ਹੁੰਦਾ ਹੈ। ਮੇਨ ਇਹਦੇ ਪਿੱਛੇ ਮਕਸਦ ਹੈ ਕਿ ਜੇ ਤੁਸੀਂ 21 ਸਾਲਾਂ ਤੱਕ ਥੋੜੇ ਕਰਕੇ ਪੈਸੇ ਇਸ ਅਕਾਊਂਟ 'ਚ ਪਾ ਰਹੇ ਹੋ ਆਪਣੀ ਬੱਚੀ ਦੇ ਨਾਮ ਤੇ, ਜਦੋਂ ਉਹਦੀ ਮੈਰਿਜੇਬਲ ਏਜ ਹੋਊਗੀ, ਉਹਦੀ ਪੜ੍ਹਨ ਦੀ ਏਜ ਹੋਊਗੀ, ਉਹਨੇ ਕਿਤੇ ਬਾਹਰ ਪੜ੍ਹਨ ਜਾਣਾ, ਯੂਨੀਵਰਸਿਟੀ ਜਾਣਾ, ਕਾਲਜ ਜਾਣਾ, ਤਾਂ ਫਿਰ ਉੱਥੇ ਤੁਸੀਂ ਇਸੇ ਅਕਾਊਂਟ ਦੇ ਵਿੱਚੋਂ ਪੈਸੇ ਯੂਜ਼ ਕਰਕੇ ਉਹਨੂੰ ਅੱਗੇ ਪੜ੍ਹਾ ਸਕਦੇ ਹੋ। ਸੋ ਇੱਕ ਬੋਝ ਨਹੀਂ ਰਹੂਗਾ। ਸੋ ਇਹ ਚੀਜ਼ਾਂ ਮੋਟੀਵੇਟ ਕਰਨ ਲਈ ਲੋਕਾਂ ਨੂੰ ਕਿ ਤੁਸੀਂ ਸਿਰਫ 250 ਰੁਪਏ ਦਾ ਅਕਾਊਂਟ ਖੁਲਵਾਓ। ਸੋ ਜਿਹੜੀ ਬੇਟੀ ਬਚਾਓ ਬੇਟੀ ਸਕੀਮ ਹੈ, ਇਹਨੇ ਬਹੁਤ ਇੱਕ ਵਧੀਆ ਤਰੀਕੇ ਦੇ ਨਾਲ ਪਰਫਾਰਮੈਂਸ ਦਿੱਤੀ ਹੈ। ਜੇ ਆਪਾਂ ਸੈਕਸ ਰੇਸ਼ੋ ਦੀ ਗੱਲ ਕਰੀਏ ਤਾਂ ਐਟ ਬਰਥ ਜਿਵੇਂ ਸਭ ਤੋਂ ਜ਼ਿਆਦਾ ਕਰਨਾਲ ਵਗੈਰਾ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ 2014-15 ਦੇ ਵਿੱਚ ਸਿਰਫ 758 ਸੀ। ਇਹ ਸਕੀਮ ਆਉਣ ਤੋਂ ਬਾਅਦ ਲੋਕਾਂ ਦੇ ਅੰਦਰ ਜਾਗਰੂਕਤਾ ਪੈਦਾ ਹੋਈ 898। ਸੋ ਇੰਨਾ ਹਾਈ ਇਨਕਰੀਜ਼ ਹੋਇਆ। ਮਾਓ ਯੂਪੀ ਦੇ ਵਿੱਚ 694 ਸੀ ਪਹਿਲਾਂ, 951। ਮਹਿੰਦਰਗੜ੍ਹ ਹਰਿਆਣਾ ਦੇ ਵਿੱਚ 791 ਤੋਂ 919। ਸੋ ਬਹੁਤ ਹੀ ਬ੍ਰਿਲੀਅੰਟਲੀ ਇਹ ਸਕੀਮ ਕੰਮ ਕਰ ਰਹੀ ਹੈ ਆਪਣਾ। ਐਜੂਕੇਸ਼ਨ ਦੇ ਵਿੱਚ ਵੀ ਕੁੜੀਆਂ ਨੂੰ ਐਨਰੋਲ ਕਰਵਾਇਆ ਜਾ ਰਿਹਾ ਹੈ, ਹੈਲਥ ਦੇ ਵਿੱਚ ਉਹਨਾਂ ਨੂੰ ਹੈਲਥ ਕੇਅਰ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ। ਸੋ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਕੀਮ ਕੰਮ ਕਰ ਰਹੀ ਹੈ। ਨੈਕਸਟ ਆਪਣੀ 6th ਸਕੀਮ ਹੈ ਵਨ ਸਟਾਪ ਸੈਂਟਰ। ਸੋ ਇਹ ਵੀ ਸੈਂਟਰ ਦੀ ਸਪਾਂਸਰਡ ਸਕੀਮ ਹੈ, ਮਿਨਿਸਟਰ ਆਫ ਵਿਮਨ ਚਾਈਲਡ ਡਿਵੈਲਪਮੈਂਟ ਦੇ ਅੰਦਰ ਇੱਕ ਚੱਲਦੀ ਹੈ। ਸੋ ਬੇਸਿਕਲੀ ਜੇ ਕਿਸੇ ਨੂੰ ਵੀ ਮਹਿਲਾ ਦੇ ਨਾਲ ਕੋਈ ਵਾਇਲੈਂਸ ਹੋ ਰਹੀ ਹੈ, ਕੋਈ ਮਾਰਕੁੱਟ ਹੋ ਰਹੀ ਹੈ, ਤਾਂ ਉਸ ਪ੍ਰੋਬਲਮ ਨੂੰ ਐਡਰੈਸ ਕਰਨ ਦੇ ਲਈ ਇਹ ਇੱਕ ਸਬ ਸਕੀਮ ਹੈ, ਨੈਸ਼ਨਲ ਮਿਸ਼ਨ ਫॉर एम्पावरमेंट ऑफ विमेन इंक्लूडिंग इंदिरा गांधी नेतृत्व सहयोग योजना। सो इस ਸਕੀਮ ਦਾ ਹੀ ਇੱਕ ਪਾਰਟ ਹੈ, ਇੱਕ ਹਿੱਸਾ ਇਹ ਵਨ ਸਟਾਪ ਸੈਂਟਰ, ਜਿਹੜੀ ਸਪੈਸੀਫਿਕਲੀ ਸਿਰਫ ਵਿਮਨ ਵਾਇਲੈਂਸ ਨੂੰ ਡੀਲ ਕਰਦੀ ਹੈ। ਸੋ ਜਿਹੜੀ ਫੰਡਿੰਗ ਹੈ ਉਹ ਨਿਰਭਿਆ ਫੰਡ ਚੋਂ ਆਉਂਦੀ ਹੈ, 100% ਫਾਈਨੈਂਸ਼ੀਅਲ ਅਸਿਸਟੈਂਟ ਦੇ ਨਾਲ ਕੰਮ ਕਰਦੀ ਹੈ, ਪ੍ਰੋਪਰ ਆਡਿਟਿੰਗ ਹੁੰਦੀ ਹੈ, ਦੇਖਿਆ ਜਾਂਦਾ ਕਿ ਸਕੀਮ ਦਾ ਪੈਸਾ ਕਿੱਥੇ ਖਰਚ ਹੋ ਰਿਹਾ, ਕਿਵੇਂ ਹੋ ਰਿਹਾ। ਸੋ ਜਿਹੜਾ ਨਿਰਭਿਆ ਫੰਡ ਹੈ ਉਹ ਇਸਟੈਬਲਿਸ਼ ਕੀਤਾ ਗਿਆ ਸੀ ਵਿਮਨ ਸੇਫਟੀ ਦੇ ਲਈ। ਜਿਹੜਾ 12th ਪਲਾਨ ਵਰਕਿੰਗ ਗਰੁੱਪ ਸੀ ਵਿਮਨ ਏਜੰਸੀ ਦੇ ਇੰਪਾਵਰਮੈਂਟ ਦਾ, ਉਹਨੇ ਰੈਕਮੈਂਡ ਕੀਤਾ ਸੀ ਇੱਕ ਵਨ ਸਟਾਪ ਸੈਂਟਰ ਹੋਣਾ ਚਾਹੀਦਾ ਜਿੱਥੇ ਇੱਕ ਜਗ੍ਹਾ ਦੇ ਉੱਤੇ ਵਿਮਨ ਦੀ ਪਾਰਟਿਕੂਲਰਲੀ ਇਸ ਤਰੀਕੇ ਦੀ ਜਿਹੜੀ ਪ੍ਰੋਬਲਮ ਹੈ ਵਾਇਲੈਂਸ ਵਾਲੀ, ਉਹਨੂੰ ਆਪਾਂ ਹੈਂਡਲ ਕਰਨਾ। ਸੋ ਜਿਹੜਾ ਕਮਿਸ਼ਨ ਸੀ ਜਿਹਦੀ ਰੈਕਮੈਂਡੇਸ਼ਨ ਦੇ ਨਾਲ ਬਣਿਆ, ਕਮਿਸ਼ਨ ਦਾ ਨਾਮ ਪੇਪਰ ਲਈ ਬਹੁਤ ਇੰਪੋਰਟੈਂਟ ਹੈ, ਊਸ਼ਾ ਮਹਿਰਾ ਕਮਿਸ਼ਨ। ਸੋ ਇਹਨੇ ਰੈਕਮੈਂਡ ਕੀਤਾ ਸੀ ਕਿ ਵਨ ਸਟਾਪ ਸੈਂਟਰ ਬਣਾਇਆ ਜਾਵੇ, ਵਿਕਟਿਮ ਨੇ ਜਿਹੜੇ ਸੈਕਸ਼ੂਅਲ ਅਸੌਲਟ ਦੇ, ਉਹਨਾਂ ਨੂੰ ਇਹਦੇ ਅੰਦਰ ਹੈਲਪ ਮਿਲੇ ਤੇ ਪਨਿਸ਼ ਕਰਵਾਇਆ ਜਾ ਸਕੇ ਕਲਪ੍ਰਿਟ ਨੂੰ, ਅਪਰਾਧੀਆਂ ਨੂੰ। ਸੋ ਨਿਰਭਿਆ ਫੰਡ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਤੇ ਮਿਨਿਸਟਰੀ ਆਫ ਫਾਈਨੈਂਸ ਨੇ ਮਿਲ ਕੇ ਚਲਾਇਆ ਸੀ। ਸੋ ਜਿਹੜੀ ਜੈਂਡਰ ਬੇਸਡ ਵਾਇਲੈਂਸ ਹੈ ਉਹਨੂੰ ਕਰਬ ਕਰਨ ਦੇ ਲਈ ਇਸ ਵਨ ਸਟਾਪ ਸੈਂਟਰ ਨੂੰ ਲਿਆਂਦਾ ਗਿਆ। ਨੈਕਸਟ ਇਜ਼ 7th ਵਿਮਨ ਹੈਲਪਲਾਈਨ। ਸੋ ਮਹਿਲਾਵਾਂ ਦੀ ਮਦਦ ਕਰਨ ਲਈ ਭਾਰਤ ਸਰਕਾਰ ਨੇ ਇੱਕ
ਹੈਲਪਲਾਈਨ ਲਾਂਚ ਕੀਤੀ ਜਿਹੜੀ ਕਿ 24 ਘੰਟੇ ਅਵੇਲੇਬਲ ਰਹਿੰਦੀ ਹੈ। So, scheme of universalization of women helpline was initiated by Government of India, which is intended to give 24-hour immediate emergency response to women ਜੇ ਕਿਸੇ women ਨੂੰ public private ਕਿਸੇ ਵੀ ਜਗ੍ਹਾ ਤੇ ਕਿਸੇ ਵੀ ਤਰੀਕੇ ਦੀ ਵਾਇਲੈਂਸ ਹੋ ਰਹੀ ਹੈ, ਕੋਈ ਪ੍ਰੋਬਲਮ ਹੈ, ਤਾਂ 2016 ਦੇ ਵਿੱਚ ਇਹ ਪੂਰੇ ਦੇਸ਼ ਭਰ ਲਈ ਇੱਕ ਸਿੰਗਲ ਯੂਨੀਵਰਸਲਾਈਜ਼ ਕਰਕੇ ਹੈਲਪਲਾਈਨ ਲਾਂਚ ਕੀਤੀ ਸੀ। Women helpline has been established in every state UT to provide integrated support assistant। ਸੋ ਇੱਕ ਸਿੰਗਲ ਯੂਨੀਫਾਰਮ ਕਾਮਨ ਨੰਬਰ ਹੈ ਤੇ ਇਹ ਨੰਬਰ ਹੈ 181। ਸੋ ਜੇ ਕੋਈ ਮਹਿਲਾ 181 ਡਾਇਲ ਕਰੂਗੀ ਤਾਂ ਜੋ ਵੀ ਉਸ ਸਟੇਟ ਜਾਂ ਯੂਨੀਅਨ ਟੈਰੀਟਰੀ ਜਿੱਥੇ ਉਹ ਮਹਿਲਾ ਰਹਿ ਰਹੀ ਹੈ ਨੇੜੇ ਦੀ ਹੈਲਪਲਾਈਨ ਹੋਊਗੀ, ਉਹ ਸੁਣ ਕੇ ਕੁਇਕ ਐਕਸ਼ਨ ਲੈਣਗੇ ਲੋਕਲ ਅਥਾਰਟੀਜ਼ ਨਾਲ ਮਿਲ ਕੇ। ਸੋ ਇਹਦੇ ਵਿੱਚ ਕੁਝ ਜ਼ਿਆਦਾ ਟੈਕਨੀਕਲ ਨਹੀਂ ਹੈ, ਮੇਨ ਤੁਸੀਂ ਇਹ ਨੰਬਰ ਯਾਦ ਰੱਖਣਾ ਹੈ, ਕਿੰਨੇ ਘੰਟੇ ਰਹਿੰਦੀ ਹੈ ਤੇ ਇਹਦੇ ਵਿੱਚ ਕਿਸ ਤਰੀਕੇ ਦੀ ਰੈਫਰੈਂਸ ਹੁੰਦੀ ਹੈ। ਹੁਣ ਜਦੋਂ ਮਹਿਲਾ ਨੇ ਕਿਸੇ ਵੀ ਤਰੀਕੇ ਦੀ ਵਾਇਲੈਂਸ ਦੱਸੀ, ਕੋਈ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਕੋਈ ਛੇੜ ਰਿਹਾ, ਕੁਝ ਵੀ, ਤਾਂ ਕੌਣ ਏਜੰਸੀਆਂ ਨੇ ਜਿੱਥੇ ਉਹ ਹੈਲਪਲਾਈਨ ਰੈਫਰ ਕਰਦੀ ਹੈ ਅੱਗੇ। ਸੋ ਹੈਲਪਲਾਈਨ ਉਹ ਕਨੈਕਟ ਕਰੂਗੀ ਜਾਂ ਪੁਲਿਸ ਅਥਾਰਟੀ ਨਾਲ, ਹਸਪੀਟਲ ਨਾਲ, ਐਂਬੂਲੈਂਸ, ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ, ਪ੍ਰੋਟੈਕਸ਼ਨ ਆਫਿਸਰ, ਵਨ ਸਟਾਪ ਸੈਂਟਰ। ਸੋ ਕੀ ਸਰਵਿਸਿਜ਼ ਮਿਲਦੀਆਂ ਨੇ। ਸੋ ਪ੍ਰੀਵੈਂਸ਼ਨ ਆਫ ਵਾਇਲੈਂਸ ਅਗੇਂਸਟ ਵੂਮੈਨ, ਜੇ ਕਿਸੇ ਮਹਿਲਾ ਦੇ ਨਾਲ ਕੋਈ ਵਾਇਲੈਂਸ ਹੋ ਰਹੀ ਹੈ ਤਾਂ ਉੱਥੇ ਪੁਲਿਸ ਦੇ ਨਾਲ ਕੰਟੈਕਟ ਕਰਕੇ ਉਹਨੂੰ ਮੈਡੀਕਲ ਸਰਵਿਸ ਦੇ ਕੇ ਵਨ ਸਟਾਪ ਸੈਂਟਰ 'ਚ ਭੇਜਿਆ ਜਾਂਦਾ ਜਿੱਥੇ ਉਹਦੀ ਕਾਉਂਸਲਿੰਗ ਹੁੰਦੀ ਹੈ, ਉਹਨੂੰ ਸ਼ੈਲਟਰ ਮਿਲਦਾ, ਰਹਿਣ ਲਈ ਜਗ੍ਹਾ, ਲੀਗਲ ਏਡ ਮਿਲਦੀ ਹੈ, ਉਹਨੂੰ ਵਕੀਲ ਕਰਵਾਇਆ ਜਾਂਦਾ ਹੈ। ਦੈਨ ਇਨਫੋਰਮੇਸ਼ਨ ਔਨ ਵੂਮੈਨ ਇੰਪਾਵਰਮੈਂਟ ਸਕੀਮ ਐਂਡ ਪ੍ਰੋਗਰਾਮ। ਸੋ ਜਿਹੜੀ ਵੂਮੈਨ ਹੈਲਪਲਾਈਨ ਹੈ ਇਹ ਡੀਟੇਲਸ ਦਿੰਦੀ ਹੈ ਵੂਮੈਨ ਨੂੰ ਕਿ ਤੁਹਾਡੇ ਇਹ ਹੱਕ ਨੇ, ਤੁਸੀਂ ਇਹ ਲਾਜ਼ ਨੇ, ਇਹ ਸਕੀਮਸ ਨੇ ਜਿਹਦੇ ਅੰਦਰ ਤੁਸੀਂ ਕੰਮ ਕਰ ਸਕਦੇ ਹੋ, ਲੋਕਾਂ ਦੇ ਵਿੱਚ, ਮਹਿਲਾਵਾਂ ਦੇ ਵਿੱਚ ਇੱਕ ਵੂਮੈਨ ਇੰਪਾਵਰਮੈਂਟ ਤੇ ਪ੍ਰੋਟੈਕਸ਼ਨ ਨੂੰ ਲੈ ਕੇ ਜਾਗਰੂਕਤਾ ਵੀ ਪੈਦਾ ਕਰਦੇ ਆ। ਸੋ ਟਾਰਗੇਟ ਗਰੁੱਪ ਹੈ ਕੋਈ ਵੀ ਮਹਿਲਾ, ਕੁੜੀ, ਕੋਈ ਵੀ ਜਿਹਨੂੰ ਵੀ ਕੋਈ ਵਾਇਲੈਂਸ ਵਗੈਰਾ ਹੋ ਰਹੀ ਹੈ ਕਿਤੇ ਵੀ, ਨੋ ਮੈਟਰ ਤੁਹਾਨੂੰ ਘਰ 'ਚ ਹੋ ਰਹੀ ਹੈ, ਬਾਹਰ ਹੋ ਰਹੀ ਹੈ। ਸੋ ਜੇ ਇਮੀਡੀਏਟਲੀ ਤੁਹਾਡੇ ਦਿਮਾਗ 'ਚ ਨਹੀਂ ਹੈ, ਤੁਹਾਡੇ ਕੋਲ ਪੁਲਿਸ ਦਾ ਨੰਬਰ ਨਹੀਂ ਡਾਇਲ ਹੋ ਰਿਹਾ, ਤਾਂ ਤੁਸੀਂ 181 ਡਾਇਲ ਕਰ ਸਕਦੇ ਹੋ। ਸੋ ਹਰ ਜਗ੍ਹਾ ਤੇ ਅਵੇਲੇਬਲ ਹੈ ਤੇ ਨਾਲ ਮਿਲ ਕੇ ਕੰਮ ਕਰਦੇ ਵਨ ਸਟਾਪ ਸੈਂਟਰ ਦੇ। ਵਿਮਨ ਹੈਲਪਲਾਈਨ ਐਕਸੈਸਿਬਲ ਹੈ 24 ਘੰਟੇ 7 ਦਿਨ ਕਿਸੇ ਵੀ ਵਿਮਨ ਨੂੰ ਜਿਹੜੀ ਕਿਸੇ ਵੀ ਤਰੀਕੇ ਦੀ ਡਿਸਟ੍ਰੈਸ ਦੇ ਵਿੱਚ ਹੈ। ਟੈਲੀਫੋਨ, ਲੈਂਡਲਾਈਨ, ਮੋਬਾਈਲ ਫੋਨ ਕਾਲ ਕਰ ਸਕਦੇ ਹੋ, SMS, ਟੈਕਸਟ ਮੈਸੇਜ ਕਰ ਸਕਦੇ ਹੋ, ਮੋਬਾਈਲ ਐਪਸ ਨੇ, ਫੈਕਸ ਮੈਸੇजेस ਨੇ। ਦੈਨ ਇੰਟਰਨੈਟ ਦੇ ਥਰੂ ਤੁਸੀਂ ਈਮੇਲ ਭੇਜ ਸਕਦੇ ਹੋ, ਵੈਬ ਇੰਟਰਫੇਸ, ਪੋਸਟ, ਸੋਸ਼ਲ ਨੈਟਵਰਕਿੰਗ ਸਾਈਟਸ ਵੀ ਟੈਗ ਕਰ ਸਕਦੇ ਹੋ। ਸੋ ਇਹ ਸਾਰੇ ਵੇਜ਼ ਨੇ ਜਿਹਦੇ ਨਾਲ ਤੁਸੀਂ ਇਹਦਾ ਐਕਸੈਸ ਕਰ ਸਕਦੇ ਹੋ, ਇਸ ਹੈਲਪਲਾਈਨ ਤੱਕ ਪਹੁੰਚ ਸਕਦੇ ਹੋ, ਇਹਨਾਂ ਦੀ ਸੁਵਿਧਾਵਾਂ ਤੱਕ ਪਹੁੰਚ ਸਕਦੇ ਹੋ। ਸੋ ਜੇ ਕਿਸੇ ਨਾਲ ਹਰਾਸਮੈਂਟ ਹੋ ਰਹੀ ਹੈ ਵੀ ਆਪਾਂ ਨੂੰ ਪਤਾ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ, ਕਿਸੇ ਸਾਈਟ ਉੱਤੇ, ਤਾਂ ਇਹ ਸਾਈਬਰ ਸੈੱਲ ਦੇ ਨਾਲ ਵੀ ਫਾਰਵਰਡ ਕਰਦੇ ਨੇ ਅੱਗੇ, ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਲਈ ਕਹਿੰਦੇ ਨੇ। ਸੋ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਸਟਾਕਿੰਗ ਕਰ ਰਿਹਾ, ਕੁਝ ਵੀ ਕਰ ਰਿਹਾ, ਤਾਂ ਤੁਸੀਂ ਕਿਸੇ ਵੱਡੇ ਲੈਵਲ ਤੋਂ ਸਟਾਰਟ ਨਹੀਂ ਕਰਨਾ ਚਾਹੁੰਦੇ, ਆਪਣੀ ਆਈਡੈਂਟੀਟੀ ਸੇਫ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਵਿਮਨ ਹੈਲਪਲਾਈਨ ਦੀ ਮਦਦ ਲੈ ਸਕਦੇ ਹੋ। ਈਵਨ ਜੇ ਤੁਹਾਡਾ ਪੁਲਿਸ ਕੇਸ ਨਹੀਂ ਰਜਿਸਟਰ ਕਰ ਰਹੀ ਤਾਂ ਤੁਸੀਂ ਉਸ ਚੀਜ਼ ਦੀ ਕੰਪਲੇਂਟ ਵੀ ਇਹਨਾਂ ਦੇ ਕੋਲ ਕਰ ਸਕਦੇ ਹੋ। ਫਿਰ ਇਹ ਹੋਰ ਅਥਾਰਟੀਜ਼ ਨਾਲ ਮਿਲ ਕੇ ਜੋ ਹੈਲਪਲਾਈਨ ਮੈਨੇਜਰ ਹੁੰਦਾ ਉਹਨਾਂ ਦੀ ਅਟੈਸਟੇਸ਼ਨ ਦੇ ਨਾਲ ਕਾਪੀ ਵਗੈਰਾ FIR ਦੀ ਲੌਂਚ ਕਰਵਾਉਂਦੇ ਨੇ। ਸੋ ਆਪ ਇਹ ਨਾਲ ਤੁਹਾਡੇ ਜਾਣਗੇ ਪੁਲਿਸ ਸਟੇਸ਼ਨ FIR ਲੌਂਚ ਕਰਵਾਉਣ। ਨੈਕਸਟ ਇਜ਼ ਉਜਵਾਲਾ। ਟ੍ਰੈਫਿਕਿੰਗ ਆਫ ਚਿਲਡਰਨ ਵਿਮਨ ਫॉर ਕਮਰਸ਼ੀਅਲ ਸੈਕਸ਼ੂਅਲ ਐਕਸਪਲੋਇਟੇਸ਼ਨ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਕਿ ਬੇਸਿਕ ਮਨੁੱਖੀ ਅਧਿਕਾਰਾਂ ਨੂੰ ਵਾਇਲੇਟ ਕਰਦਾ ਹੈ। ਸੋ ਇਹਦੇ ਆਪਾਂ ਬਾਰ-ਬਾਰ ਗੱਲ ਕਰਦੇ ਹਾਂ, ਬਾਰ-ਬਾਰ ਇਹ ਕਿਹਾ ਜਾਂਦਾ ਕਿ ਪ੍ਰੋਹਿਬਿਸ਼ਨ ਹੈ, ਇੰਟਰਨੈਸ਼ਨਲ ਲੈਵਲ ਤੇ, ਨੈਸ਼ਨਲ ਲੈਵਲ ਤੇ ਕੋਈ ਵੇਚ ਨਹੀਂ ਸਕਦਾ, ਟ੍ਰੈਫਿਕਿੰਗ ਨਹੀਂ ਕਰ ਸਕਦਾ। ਸੋ ਇਹਨੂੰ ਲੈ ਕੇ ਹੀ 2007 ਦੇ ਵਿੱਚ ਟ੍ਰੈਫਿਕਿੰਗ ਰੋਕਣ ਦੇ ਲਈ ਇੱਕ ਸਕੀਮ ਆਈ ਸੀ। ਸੋ ਮੇਨ ਸਕੀਮਸ ਦੀਆਂ ਹੁਣ ਪ੍ਰੋਵੀਜ਼ਨਸ ਕੀ ਨੇ। Prevention of trafficking of children, women for commercial sexual exploitation by means of social mobilization, awareness generation program, rescue ਕਰਨਾ ਵਿਕਟਿਮਸ ਨੂੰ ਜਿੱਥੇ ਕੋਈ ਲੱਗ ਰਿਹਾ ਉਹਨਾਂ ਨੂੰ ਸੇਫ ਕਸਟਡੀ ਦੇਣੀ, ਉਹਨਾਂ ਦੀ ਰਿਹੈਬਿਲਿਟੇਸ਼ਨ ਕਰਵਾਉਣੀ, ਰੀਇੰਟੀਗ੍ਰੇਸ਼ਨ ਕਰਵਾਉਣੀ, ਤੇ ਜੇ ਕੋਈ ਕ੍ਰਾਸ ਬਾਰਡਰ ਵਿਕਟਿਮਸ ਨੇ ਤਾਂ ਦੁਬਾਰਾ ਤੋਂ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਲੈ ਕੇ ਆਉਣਾ ਸਰਕਾਰਾਂ ਦੇ ਨਾਲ, ਫੋਰਨ ਮਿਨਿਸਟਰੀ ਨਾਲ ਗੱਲ ਕਰਕੇ। ਸੋ ਰੀਪੈਟਰੀਏਸ਼ਨ ਮੀਨਸ ਦੁਬਾਰਾ ਤੋਂ ਉਹਨੂੰ ਤੁਸੀਂ ਆਪਣੇ ਦੇਸ਼ ਦੇ ਵਿੱਚ ਮਿਲਾ ਰਹੇ ਹੋ। ਸੋ ਟਾਰਗੇਟ ਗਰੁੱਪ ਕੌਣ ਨੇ? ਕੋਈ ਵੀ ਮਹਿਲਾ ਜਾਂ ਬੱਚੇ ਜਿਨ੍ਹਾਂ ਨਾਲ ਇਹ ਹੋ ਰਿਹਾ ਜਾਂ ਹੋ ਸਕਦਾ ਹੈ ਜਾਂ ਜਿਨ੍ਹਾਂ ਨਾਲ ਇਹ ਹੋ ਚੁੱਕਿਆ। ਸੋ ਵਲਨਰੇਬਲ ਜਿਨ੍ਹਾਂ ਨਾਲ ਹੋ ਸਕਦਾ ਹੈ ਜਾਂ ਜਿਹੜੇ ਆਲਰੇਡੀ ਵਿਕਟਿਮ ਬਣ ਚੁੱਕੇ, ਜਿਹੜੇ ਇਹਦੇ ਅੰਦਰ ਫਸ ਚੁੱਕੇ। ਸੋ ਦੋਨਾਂ ਨੂੰ ਇਹ ਕਰਦੇ ਆ ਹੈਲਪ। ਹੁਣ ਪੇਪਰ 'ਚ ਇੰਪੋਰਟੈਂਟ ਕੁਐਸਚਨ ਇਹ ਰੀਸੈਂਟਲੀ ਆਇਆ ਸੀ ਕਿ ਇਹ ਸਕੀਮ ਦੇ ਵਿੱਚ ਇੰਪਲੀਮੈਂਟੇਸ਼ਨ ਏਜੰਸੀਜ਼ ਕੌਣ ਨੇ, ਕੌਣ ਹੈ ਜੋ ਮਿਲ ਕੇ ਇਸ ਸਕੀਮ ਨੂੰ ਲਾਗੂ ਕਰਵਾਉਂਦੇ ਨੇ। ਸੋ ਇਹਦੇ ਲਈ ਵਿਮਨ ਤੇ ਚਾਈਲਡ ਵੈਲਫੇਅਰ ਡਿਪਾਰਟਮੈਂਟ, ਸੋਸ਼ਲ ਵੈਲਫੇਅਰ ਡਿਪਾਰਟਮੈਂਟ ਸਟੇਟ ਦੀ ਸਰਕਾਰ ਦਾ ਕੰਮ ਕਰਦਾ ਹੈ, ਵਿਮਨ ਡਿਵੈਲਪਮੈਂਟ ਕਾਰਪੋਰੇਸ਼ਨਾਂ ਕੰਮ ਕਰਦੇ ਨੇ, ਅਰਬਨ ਲੋਕਲ ਬਾਡੀ, ਕੋਈ ਪਬਲਿਕ ਪ੍ਰਾਈਵੇਟ ਟਰਸਟ ਹੈ ਉਹ ਕੰਮ ਕਰਦੀ ਹੈ, ਕੋਈ NGOs ਨੇ, ਵੋਲੰਟਰੀ ਆਰਗੇਨਾਈਜੇਸ਼ਨ। ਸੋ ਸਾਰੇ ਮਿਲ ਕੇ ਕੰਮ ਕਰਦੇ ਨੇ।
ਸੋ ਜਿਹੜੀ ਇੰਪਲੀਮੈਂਟਿੰਗ ਏਜੰਸੀ ਹੈ ਉਹਨਾਂ ਦੀ ਕੁਝ ਰਿਕੁਆਇਰਮੈਂਟਸ ਨੇ, ਇਹ ਨਹੀਂ ਕਿ ਕੋਈ ਵੀ ਪਬਲਿਕ ਪ੍ਰਾਈਵੇਟ ਟਰਸਟ ਹੈ ਉਹ ਇਹਦਾ ਪਾਰਟ ਬਣ ਸਕਦੀ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਕੋਈ ਕ੍ਰਾਈਟੀਰੀਆ ਨਹੀਂ ਸੈੱਟ ਕਰਦੇ ਤਾਂ ਉਹਦਾ ਕੋਈ ਗਲਤ ਫਾਇਦਾ ਵੀ ਲੈ ਲੈਂਦੇ ਨੇ। ਸੋ ਇਹਦੇ ਵਿੱਚ ਕੀ ਹੈ ਕਿ ਆਰਗੇਨਾਈਜੇਸ਼ਨ ਕਿਸੇ ਲਾਅ ਦੇ ਅੰਦਰ ਰਜਿਸਟਰ ਹੋਣੀ ਚਾਹੀਦੀ ਹੈ, ਸੰਵਿਧਾਨ ਦੇ ਅਕੋਰਡਿੰਗ ਉਹਦਾ ਪੂਰਾ ਗਾਈਡਲਾਈਨਸ ਕੰਮ ਕਰੇ। ਏਜੰਸੀ ਦਾ ਪ੍ਰਾਈਵੇਟ ਮੋਟਿਵ ਹੈ ਜਿਹੜਾ ਉਹ ਪਬਲਿਕ ਸੇਫਟੀ ਹੋਣਾ ਚਾਹੀਦਾ, ਪ੍ਰੋਫਿਟ ਮੇਕਿੰਗ ਨਹੀਂ ਹੋਣਾ ਚਾਹੀਦਾ। ਸੋ ਇਟ ਸ਼ੁੱਡ ਨਾਟ ਬੀ ਅ ਆਰਗੇਨਾਈਜੇਸ਼ਨ ਜਿਹੜੀ ਕਿ ਸਿਰਫ ਪ੍ਰੋਫਿਟ ਬਣਾਉਣਾ ਚਾਹ ਰਹੀ ਹੈ। ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪੋਸਟ ਰਜਿਸਟ੍ਰੇਸ਼ਨ ਉਸ ਆਰਗੇਨਾਈਜੇਸ਼ਨ ਨੂੰ, 3 ਸਾਲ ਪੁਰਾਣੀ ਬੇਸਿਕਲੀ। ਤੇ ਆਰਗੇਨਾਈਜੇਸ਼ਨ ਫਾਈਨੈਂਸ਼ੀਅਲੀ ਸਾਊਂਡ ਹੋਵੇ, ਇਹ ਨਹੀਂ ਕਿ ਉਹ ਇਸੇ ਸਕੀਮ ਦਾ ਹਿੱਸਾ ਬਣ ਕੇ ਆਪ ਆਪਣਾ ਪੈਸਾ ਖਾ ਰਹੀ ਹੈ, ਆਪ ਵਿੱਚੋਂ ਗਲਤ ਇਹਦਾ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਰਿਕੁਆਇਰਮੈਂਟਸ ਨੇ ਤੇ ਇਹ ਸਟੇਟਮੈਂਟ ਬੇਸਡ ਕੁਐਸਚਨ ਦੇ ਵਿੱਚ ਤੁਹਾਨੂੰ ਡੈਫੀਨਿਟਲੀ ਆ ਸਕਦੇ ਆ। ਸੁਧਾਰ ਗ੍ਰਹਿ, ਸੋ ਇੱਥੇ ਇਸੈਂਸ਼ੀਅਲ ਜਿਹੜੀ ਸ਼ੈਲਟਰ ਹੈ, ਫੂਡ ਹੈ, ਡਰੈਸ, ਕਲੀਨਿਕਲ ਟਰੀਟਮੈਂਟ, ਇਮੋਸ਼ਨਲ ਕੇਅਰ ਟਰਬਲ ਲੇਡੀਜ਼ ਨੂੰ ਦਿੱਤੀ ਜਾਂਦੀ ਹੈ। ਸੋ ਉਹਨਾਂ ਨੂੰ ਰਹਿਣ ਦੇ ਲਈ ਘਰ, ਜਿਵੇਂ ਡੋਮੈਸਟਿਕ ਵਾਇਲੈਂਸ ਹੋਈ, ਕਿਸੇ ਨੂੰ ਘਰੋਂ ਕੱਢਤਾ ਕੁੱਟ ਕੇ, ਇਨ ਲॉज ਨੇ, ਕਿਸੇ ਨੇ ਵੀ, ਸੋ ਉਸ ਟਾਈਪ ਦੀਆਂ ਮਹਿਲਾਵਾਂ ਨੂੰ ਇੱਥੇ ਰੱਖਿਆ ਜਾਂਦਾ ਹੈ। ਹਰ ਤਰੀਕੇ ਦੇ ਉਹਨਾਂ ਨੂੰ ਇਕਨੋਮਿਕ ਇਮੋਸ਼ਨਲ ਸਟਰੈਂਥ ਦਿੱਤੀ ਜਾਂਦੀ ਹੈ ਸੋ ਦੈਟ ਦੁਬਾਰਾ ਤੋਂ ਆਪਣੀ ਲਾਈਫ ਜੀ ਸਕਣ। ਜੇ ਉਹਨਾਂ ਨੂੰ ਕੋਈ ਲੀਗਲ ਹੈਲਪ ਚਾਹੀਦੀ ਹੈ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ। ਸੁਸਾਇਟੀ ਦੇ ਵਿੱਚੋਂ ਰੀਐਡਜਸਟ ਕਿਵੇਂ ਕਰ ਸਕਦੇ ਨੇ, ਰਿਹੈਬਿਲਿਟੇਟ ਇਕਨੋਮਿਕ ਤੇ ਸੋਸ਼ਲੀ ਕਰਵਾਇਆ ਜਾਂਦਾ ਹੈ। ਸੋ ਇਹਦੇ ਵਿੱਚ ਬੈਨੀਫਿਟ ਕਿਹਨੂੰ ਕਿਹਨੂੰ ਮਿਲਦਾ ਹੈ? ਡਿਜ਼ਰਟਡ ਵੂਮੈਨ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਨ੍ਹਾਂ ਨੂੰ ਘਰੋਂ ਕੱਢਤਾ, ਕੋਈ ਨਹੀਂ ਉਹਨਾਂ ਦੀ ਦੇਖ ਰੇਖ ਕਰਨ ਵਾਲਾ, ਕੋਈ ਨੈਚੁਰਲ ਡਿਜ਼ਾਸਟਰ, ਕੋਈ ਫਲੱਡ ਆ ਗਿਆ ਕਿਤੇ, ਕੋਈ ਜਿਵੇਂ ਭੂਚਾਲ ਆ ਗਿਆ ਤਾਂ ਘਰ ਟੁੱਟ ਗਿਆ, ਤੁਹਾਡੀ ਸਾਰੀ ਫੈਮਿਲੀ ਦੀ ਡੈਥ ਹੋ ਗਈ, ਸੋ ਉੱਥੇ ਜਿਹੜੀ ਕੋਈ ਸਰਵਾਈਵਰ ਹੈ ਮਹਿਲਾ। ਦੈਨ ਫੀਮੇਲ ਪ੍ਰਿਜ਼ਨਰ ਜਿਹੜੇ ਜੇਲ੍ਹ 'ਚੋਂ ਛੁੱਟ ਜਾਂਦੇ ਨੇ, ਦੁਬਾਰਾ ਆਪਣੇ ਘਰ ਨਹੀਂ ਜਾਣਾ ਚਾਹੁੰਦੀਆਂ। ਵਿਮਨ ਵਿਕਟਿਮ ਜਿਹੜੇ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਨੇ, ਫੈਮਿਲੀ ਟੈਨਸ਼ਨ ਦਾ, ਡਿਸਕॉर्ड ਦਾ। ਟ੍ਰੈਫਿਕਿੰਗ ਵਿਮਨ, ਹੁਣ ਪਤਾ ਹੀ ਨਹੀਂ ਕਿ ਬਹੁਤ ਛੋਟੀ ਉਮਰ ਵਿੱਚ ਤੁਹਾਨੂੰ ਕਿਸੇ ਨੇ ਵੇਚਤਾ ਸੀ ਬਟ ਤੁਹਾਨੂੰ ਕਿਵੇਂ ਨਾ ਕਿਵੇਂ ਵੱਡੇ ਹੋ ਕੇ ਰੈਸਕਿਊ ਕਰ ਲਿਆ ਗਿਆ। ਸੋ ਉੱਥੇ ਕੀ ਹੈ ਕਿ ਟ੍ਰੈਫਿਕਿੰਗ ਵਗੈਰਾ ਵਾਲੀ ਵਿਮਨ ਨੂੰ ਵੀ ਸੰਭਾਲਦੇ ਆ। ਵਿਮਨ ਜਿਨ੍ਹਾਂ ਨੂੰ HIV ਜਾਂ ਏਡਸ ਹੈ। ਸੋ ਮਿਨੀਮਮ ਏਜ 18 ਜਾਂ ਉਸ ਤੋਂ ਉੱਪਰ ਹੋਣੀ ਚਾਹੀਦੀ ਹੈ ਟੂ ਲਿਵ ਇੰਡੀਵਿਜੂਅਲੀ, ਜੇ ਤੁਸੀਂ ਇਕੱਲੇ ਰਹਿਣਾ ਚਾਹੁੰਦੇ ਹੋ। ਦੇ ਮਸਟ ਨਾਟ ਹੈਵ ਐਨੀ ਸੋਸ਼ਲ ਇਕਨੋਮਿਕ ਸਪੋਰਟ, ਕੋਈ ਆਰਥਿਕ ਸਪੋਰਟ ਨਹੀਂ ਹੋਣੀ ਚਾਹੀਦੀ। ਸੋ ਹੋਮਲੈਸ ਵਿਮਨ ਵੀ ਇਹਦੇ 'ਚ ਇਨਕਲੂਡਡ ਨੇ, ਜਿਨ੍ਹਾਂ ਕੋਲ ਕੋਈ ਘਰ ਨਹੀਂ ਹੈ। ਉਜਵਾਲਾ ਯੋਜਨਾ ਦੀ ਜਿਹੜੀ ਅਸਿਸਟੈਂਸ ਹੈ ਉਹ ਵੀ ਸੁਧਾਰ ਗ੍ਰਹਿ ਇਸ ਸਕੀਮ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਸੋ ਉਜਵਾਲਾ ਯੋਜਨਾ ਦੀ ਜਿਹੜੀ ਅਸਿਸਟੈਂਸ ਹੈ ਉਹ ਵੀ ਲੈ ਸਕਦੀ ਹੈ ਜੇ ਵੂਮਨ ਚਾਹੇ। ਸੋ ਹੁਣ ਇਹਨੂੰ ਕੌਣ ਇੰਪਲੀਮੈਂਟ ਕਰਵਾਉਂਦਾ? ਸੋ ਸਟੇਟ ਗਵਰਨਮੈਂਟ ਆਰਗੇਨਾਈਜੇਸ਼ਨ, ਲੋਕਲ ਸਟੇਟ, ਸੋਰੀ ਐਫ ਦੀ ਜਗ੍ਹਾ ਤੇ ਐਲ ਆਊਗਾ, ਲੋਕਲ ਸਟੇਟ ਇੰਡੀਪੈਂਡੈਂਟ ਬਾਡੀ, ਮੈਟਰੋਪੋਲੀਟਨ ਬਾਡੀ, ਕੈਂਟੋਨਮੈਂਟ ਬੋਰਡ, ਪੰਚਾਇਤੀ ਰਾਜ ਇੰਸਟੀਟਿਊਸ਼ਨ, ਡਿਵੀਜ਼ਨ ਆਫ ਵਿਮਨ ਚਾਈਲਡ ਡਿਵੈਲਪਮੈਂਟ, ਸੋਸ਼ਲ ਵੈਲਫੇਅਰ ਆਫ ਸਟੇਟ ਗਵਰਨਮੈਂਟ, ਪਬਲਿਕ ਟਰਸਟ। ਦੈਨ ਵਿਮਨ ਇਨ ਡਿਸਟ੍ਰੈਸ ਸੁਧਾਰ ਗ੍ਰਹਿ ਨੂੰ ਕੰਟੈਕਟ ਕਰ ਸਕਦੀਆਂ ਨੇ ਹੈਲਪ ਲੈਣ ਦੇ ਲਈ। ਤੇ ਫਿਰ ਉਹ ਉਜਵਾਲਾ ਸਕੀਮ ਦੇ ਨਾਲ ਪਹਿਲਾਂ ਉੱਥੇ ਰეკਮੈਂਡ ਕਰਦੇ ਨੇ। ਜੇ ਉਜਵਾਲਾ ਸਕੀਮ ਦੇ ਵਿੱਚ ਲੱਗਦਾ ਹੈ ਕਿ ਉੱਥੇ ਕੋਈ ਜਿਵੇਂ ਸੀਟਸ ਪੂਰੀਆਂ ਹੋ ਗਈਆਂ ਜਾਂ ਨਹੀਂ ਕੁਝ ਹੋ ਸਕਦਾ ਤਾਂ ਫਿਰ ਸੁਧਾਰ ਗ੍ਰਹਿ ਵਾਲੇ ਸ਼ੈਲਟਰਸ ਦੇ ਵਿੱਚ ਭੇਜਿਆ ਜਾਂਦਾ ਹੈ। ਸੋ ਇਹ ਸਾਰੇ ਆਪਸ ਦੇ ਵਿੱਚ ਮਿਲ ਕੇ ਕੰਮ ਕਰਦੇ ਆ। ਲੇਡੀਜ਼ ਅਫੈਕਟਡ ਬਾਈ ਅਬਿਊਜ਼ਿਵ ਪਾਰਟਨਰ, ਉਹਨਾਂ ਨੂੰ ਰੱਖਿਆ ਜਾਂਦਾ ਹੈ, 1 ਸਾਲ ਤੱਕ ਉਹ ਰਹਿ ਸਕਦੀਆਂ ਨੇ। ਸੋ ਟਾਈਮ ਜਿਹੜੀ ਉਹਨਾਂ ਦੀ ਸਟੇ ਦੀ 3 ਸਾਲ ਵੀ ਹੋ ਸਕਦੀ ਹੈ, ਡਿਪੈਂਡ ਕਰਦਾ ਕਿ ਉਹਨਾਂ ਦੀ ਸਿਚੁਏਸ਼ਨ ਕਿਵੇਂ ਦੀ ਹੈ। ਸੋ ਮਹਿਲਾਵਾਂ ਜਿਹੜੀਆਂ 55 ਸਾਲ ਤੋਂ ਉੱਪਰ ਨੇ ਉਹਨਾਂ ਨੂੰ 5 ਸਾਲ ਤੱਕ ਰਹਿਣ ਦੀ ਇੱਥੇ ਪਰਮਿਸ਼ਨ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਓਲਡ ਏਜ ਹੋਮ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਜਿਹੜੇ ਯੰਗ ਕੁੜੀਆਂ ਨੇ 18 ਸਾਲ ਤੱਕ ਨੇ, ਯੰਗ ਮੈਨ ਨੇ ਜਿਹੜੇ 8 ਸਾਲ ਤੱਕ ਦੇ, ਉਹਨਾਂ ਨੂੰ ਸੁਧਾਰ ਗ੍ਰਹਿ 'ਚ ਰਹਿਣ ਦੀ ਪਰਮਿਸ਼ਨ ਹੈ ਆਪਣੀਆਂ ਮਦਰਸ ਦੇ ਨਾਲ। ਸੋ ਮੰਨ ਲਓ ਕਿਸੇ ਦੀ ਮਦਰ ਰਹਿ ਰਹੀ ਹੈ ਤਾਂ ਉਹਨਾਂ ਦੇ ਨਾਲ 8 ਸਾਲ ਤੱਕ ਦਾ ਬੇਟਾ ਤੇ 18 ਸਾਲ ਤੱਕ ਦੀ ਬੇਟੀ ਵੀ ਰਹਿ ਸਕਦੇ ਆ। ਸੋ ਅੱਜ ਦੇ ਆਪਣੇ ਯੂਨਿਟ 4 ਪਾਰਟ 1 ਦੀ ਲਾਸਟ ਸਕੀਮ ਹੈ ਵਰਕਿੰਗ ਵਿਮਨ ਹੋਸਟਲ। ਸੋ ਭਾਰਤ ਸਰਕਾਰ ਨੇ ਲਾਂਚ ਕੀਤੀ ਹੈ ਇਹ ਸਕੀਮ ਪ੍ਰਮੋਟ ਕਰਨ ਦੇ ਲਈ ਇੱਕ ਰਿਲਾਇਬਲ ਕਨਵੀਨੀਅੰਟ ਲੋਕੇਸ਼ਨ ਜਿੱਥੇ ਜਿਹੜੀਆਂ ਮਹਿਲਾ ਕੰਮ ਕਰਦੀਆਂ ਨੇ, ਜਿਹਨਾਂ ਨੂੰ ਆਪਣਾ ਘਰ ਛੱਡਣਾ ਪੈਂਦਾ ਪ੍ਰੋਫੈਸ਼ਨਲ ਕਮਿਟਮੈਂਟ ਕਰਕੇ। 6 ਅਪ੍ਰੈਲ 2017 ਤੋਂ ਸਕੀਮ ਲਾਗੂ ਹੋ ਗਈ ਸੀ, ਉਸ ਤੋਂ ਬਾਅਦ ਉੱਥੇ ਰਹਿ ਸਕਣ। ਸੋ ਗ੍ਰਾਂਟ ਇਨ ਏਡ ਦਿੱਤੀ ਜਾਂਦੀ ਹੈ ਕੰਸਟਰਕਟ ਕਰਨ ਦੇ ਲਈ ਨਵੀਆਂ ਬਿਲਡਿੰਗਸ, ਹੋਸਟਲ ਫੈਸਿਲਿਟੀ ਅਲੱਗ-ਅਲੱਗ ਸਿਟੀਜ਼ ਵਿੱਚ, ਟਾਊਨ ਵਿੱਚ ਤੇ ਨਾਲ ਹੀ ਕੁਝ ਪੇਂਡੂ ਖੇਤਰਾਂ ਵਿੱਚ ਵੀ। ਸੋ ਮੇਨ ਮਕਸਦ ਹੈ ਟੂ ਪ੍ਰਮੋਟ ਸੇਫਟੀ, ਲੋਕੇਸ਼ਨ ਅਕੋਮੋਡੇਸ਼ਨ ਫॉर ਵਰਕਿੰਗ ਵਿਮਨ, ਨਾਲ ਹੀ ਡੇ ਕੇਅਰ ਫੈਸਿਲਿਟੀ ਉਹਨਾਂ ਦੇ ਬੱਚਿਆਂ ਦੇ ਲਈ ਜਿੱਥੇ ਵੀ ਪੋਸੀਬਲ ਹੈ। ਅਸਿਸਟ ਪ੍ਰੋਜੈਕਟ ਫॉर ਦੀ ਐਸਟੈਬਲਿਸ਼ਮੈਂਟ ਆਫ ਨਿਊ ਹੌਸਟਲ ਬਿਲਡਿੰਗ, ਜਿੱਥੇ ਲੱਗ ਰਿਹਾ ਕਿ ਘੱਟ ਨੇ ਜ਼ਿਆਦਾ ਚਾਹੀਦੇ ਨੇ, ਸੋ ਉੱਥੇ ਸਰਕਾਰ ਫਿਰ ਫੰਡ ਵਗੈਰਾ ਵੀ ਦਿੰਦੀ ਹੈ। ਟੂ ਮੇਕ ਅਵੇਲੇਬਲ ਫॉर ਆਲ ਵਰਕਿੰਗ ਵਿਮਨ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ, ਟੂ ਅਕੋਮੋਡੇਟ ਵਿਮਨ ਹੂ ਆਰ ਅੰਡਰ ਟ੍ਰੇਨਿੰਗ ਫॉर ਜੌਬ ਸਬਜੈਕਟ ਟੂ ਸਪੈਸੀਫਿਕ ਕੰਡੀਸ਼ਨ। ਸੋ ਜਿਹੜੇ ਸਿਰਫ ਟ੍ਰੇਨਿੰਗ ਦੇ ਵਿੱਚ ਨੇ ਉਹਨਾਂ ਦੇ ਲਈ ਅਲੱਗ ਪ੍ਰੋਵੀਜ਼ਨਸ ਨੇ ਇਸ ਸਕੀਮ ਨੂੰ ਯੂਜ਼ ਕਰਨ ਦੇ ਲਈ। ਸੋ ਕੁਝ ਰਿਕੁਆਇਰਮੈਂਟਸ ਨੇ, ਇਹ ਨਹੀਂ ਕਿ ਹਰ ਕਿਸੇ ਨੂੰ ਮਿਲਦਾ। ਸੋ ਇਨਕਮ ਤੇ ਰੈਂਟ, ਇਹ ਚੀਜ਼ਾਂ ਇਹਦੇ ਵਿੱਚ ਮੇਨ ਕ੍ਰਾਈਟੇਰੀਆ। ਸੋ ਵਰਕਿੰਗ ਵਿਮਨ,
ਸਿੰਗਲ, ਡਿਵੋਰਸਡ, ਵਿਡੋਡ, ਮੈਰਿਡ, ਸੈਪਰੇਟਡ, ਪਰ ਉਹਨਾਂ ਦੇ ਹਸਬੈਂਡ ਜਾਂ ਕੋਈ ਵੀ ਰਿਲੇਟਿਵ ਸੇਮ ਸ਼ਹਿਰ ਦੇ ਵਿੱਚ ਨਾ ਰਹਿੰਦੇ ਹੋਣ। ਪ੍ਰੈਫਰੈਂਸ ਦਿੱਤੀ ਜਾਂਦੀ ਹੈ ਅੰਡਰ ਰਿਜ਼ਰਵਡ ਕਮਿਊਨਿਟੀ ਦੀ ਮਹਿਲਾਵਾਂ ਨੂੰ, ਤੇ ਹੈਂਡੀਕੈਪ ਬੈਨੀਫਿਸ਼ਰੀ ਦੇ ਲਈ ਰਿਜ਼ਰਵ ਵੀ ਕਰਵਾ ਸਕਦੇ ਨੇ ਆਪਣਾ ਰੂਮ ਹੈ ਜਿਹੜਾ ਸੀਟ ਹੈ। ਵਿਮਨ ਅੰਡਰਟੇਕਿੰਗ ਦਾ ਟ੍ਰੇਨਿੰਗ ਫॉर ਜੌਬ ਪ੍ਰੋਵਾਈਡਡ ਵਿਦ ਟੋਟਲ ਟ੍ਰੇਨਿੰਗ ਪੀਰੀਅਡ 1 ਸਾਲ ਨਹੀਂ ਹੋਣਾ ਚਾਹੀਦਾ। ਜਿਹੜੇ ਵਿਮਨ ਕੰਮ ਨਹੀਂ ਕਰ ਰਹੀਆਂ, ਸਿਰਫ ਕੋਈ ਟ੍ਰੇਨਿੰਗ ਲੈ ਰਹੀਆਂ ਨੇ, ਸੋ ਉਹਨਾਂ ਨੂੰ ਵੀ ਮਿਲ ਸਕਦੀ ਹੈ। ਸੋ ਅੰਡਰ ਦ ਜੌਬ ਟ੍ਰੇਨਿੰਗ ਮਸਟ ਨਾਟ ਐਕਸੀਡ 30% ਆਫ ਟੋਟਲ ਕਪੈਸਿਟੀ। ਸੋ ਮੰਨ ਲਓ ਜੇ 100 ਕਮਰੇ ਨੇ ਕਿਸੇ ਹੋਸਟਲਸ ਤੋਂ, ਉਹਦੇ ਵਿੱਚੋਂ 30 ਹੀ ਸਿਰਫ ਅੰਡਰ ਦ ਜੌਬ ਟ੍ਰੇਨਿੰਗ ਵਾਲਿਆਂ ਨੂੰ ਦੇ ਸਕਦੇ ਨੇ ਮਹਿਲਾਵਾਂ ਨੂੰ, ਬਾਕੀ ਜਿਹੜੇ ਪ੍ਰੋਪਰ ਕੰਮ ਕਰ ਰਹੀਆਂ ਨੇ ਜੌਬ ਦੇ ਵਿੱਚ ਨੇ ਉਹਨਾਂ ਨੂੰ ਹੀ ਮਿਲਣਗੇ। ਸੋ ਗਰਲਸ ਏਜ ਵੁੱਡ ਬੀ ਅਪ ਟੂ 18 ਈਅਰ, ਬॉयਜ਼ ਏਜ 5 ਈਅਰ ਅਕੰਪਨਿੰਗ ਵਰਕਿੰਗ ਮਦਰ। ਸੋ ਇੱਥੇ ਹੁਣ ਜੇ ਕੋਈ ਮਦਰ ਰਹਿ ਰਹੀ ਹੈ ਵਰਕਿੰਗ, ਤਾਂ ਉਹਦੇ ਨਾਲ ਜੇ 18 ਸਾਲ ਤੱਕ ਦੀ ਕੁੜੀ ਹੈ ਉਹ ਵੀ ਰਹਿ ਸਕਦੀ ਹੈ, ਨਾਲ 5 ਸਾਲ ਤੱਕ ਦਾ ਬੇਟਾ ਵੀ ਰਹਿ ਸਕਦਾ ਹੈ ਸੇਮ ਉਸੇ ਹੌਸਟਲ ਦੇ ਵਿੱਚ। ਸੋ ਇਨਕਮ, ਗ੍ਰੋਸ ਇਨਕਮ ਮਹਿਲਾ ਦੀ 50,000 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। that is consolidated per month in the metropolitan area in case of any other place। ਸੋ 35,000 consolidated gross per month, ਸੋ ਪਰ ਮੰਥ ਹੈ ਇਹ ਜਿਹੜੀ ਇਨਕਮ ਹੈ, ਸੋ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸੋ ਹੋਸਟਲ ਫੈਸਿਲਿਟੀਜ਼ ਤੇ ਹੋਸਟਲ ਰੈਂਟ ਹੈ ਜਿਹੜਾ, in the case of single bedroom not exceeding 15% of the gross salary। ਸੋ ਇਹ ਬਹੁਤ ਹੀ ਅਫੋਰਡੇਬਲ ਕਨਵੀਨੀਅੰਟ ਰੈਂਟ ਸੈੱਟ ਕੀਤੇ ਹੋਏ ਨੇ ਹੋਸਟਲ ਫੈਸਿਲਿਟੀ ਦੇ ਲਈ। ਡਬਲ ਬੈਡਰੂਮ ਦੇ ਲਈ 10% ਤੋਂ ਜ਼ਿਆਦਾ ਨਹੀਂ। ਕੇਸ ਆਫ ਡੋਰਮਿਟਰੀਜ਼ ਨਾਟ ਐਕਸੀਡਿੰਗ 7.5%। ਚਿਲਡਰਨ ਜਿਹੜੇ ਡੇ ਕੇਅਰ 'ਚ ਪਾਉਂਦੇ ਨੇ ਤਾਂ 5% ਜਿਹੜੇ ਇਮੋਲੂਮੈਂਟਸ ਨੇ ਉਹਨਾਂ ਦੀ ਮਦਰ 'ਚੋਂ ਕੱਟ ਹੋਣਗੀਆਂ। ਸੋ ਸਟੇ ਦਾ ਪੀਰੀਅਡ ਹੈ ਨਾਟ ਮੋਰ ਦੈਨ 3 ਈਅਰ। ਸੋ ਇਹ ਟਾਈਮ ਪੀਰੀਅਡ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਪਰਟੀਕੂਲਰਲੀ ਜੇ ਤੁਹਾਡੀ ਕੋਈ ਬਹੁਤ ਹੀ ਜ਼ਿਆਦਾ ਸਿਚੁਏਸ਼ਨ ਹੈ ਤਾਂ ਤੁਸੀਂ ਸਪੈਸ਼ਲ ਐਪਲੀਕੇਸ਼ਨ ਵਗੈਰਾ ਦੇ ਕੇ 6 ਮਹੀਨੇ ਤੱਕ ਮੈਕਸਿਮਮ ਇਹਨੂੰ ਹੋਰ ਐਕਸਟੈਂਡ ਕਰਵਾ ਸਕਦੇ ਹੋ। ਸੋ ਐਕਸਟੈਂਸ਼ਨਸ ਤੋਂ ਬਾਅਦ ਵੀ ਟੋਟਲ ਮੈਕਸਿਮਮ ਮਤਲਬ ਕਿਸੇ ਵੀ ਹਾਲਤ ਵਿੱਚ ਕੋਈ ਮਹਿਲਾ ਉੱਤੇ 5 ਸਾਲ ਤੋਂ ਜ਼ਿਆਦਾ ਨਹੀਂ ਰਹਿ ਸਕਦੀ। ਸੋ ਮਤਲਬ ਕਿ 3 ਮਹੀਨੇ ਤੋਂ ਬਾਅਦ ਤੁਸੀਂ 4 ਵਾਰੀ 6-6 ਮਹੀਨੇ ਦੀ ਹੋਰ ਐਕਸਟੈਂਸ਼ਨ ਲਗਵਾ ਕੇ ਟੋਟਲ 5 ਸਾਲ ਤੱਕ ਰਹਿ ਸਕਦੇ ਹੋ। ਸੋ ਇਹਦਾ ਖਰਚਾ ਜਿਹੜਾ ਮੇਨਟੇਨੈਂਸ ਦਾ, ਤਿਆਰ ਕਰਨ ਦਾ, ਬਿਲਡਿੰਗਸ ਦਾ, ਉਹ ਸਪੈਸੀਫਿਕ ਰੇਸ਼ੋ ਦੇ ਵਿੱਚ ਸ਼ੇਅਰ ਕਰਦੀ ਹੈ ਸੈਂਟਰ ਦੀ ਸਰਕਾਰ, ਸਟੇਟ, ਯੂਨੀਅਨ ਟੈਰੀਟਰੀ ਅਦਰ ਦੈਨ ਨਾਰਥ ਈਸਟ ਹਿਮਾਲਯਨ ਸਟੇਟ, ਨਾਲ ਕੁਝ ਇੰਪਲੀਮੈਂਟਿੰਗ ਐਸਟੈਬਲਿਸ਼ਮੈਂਟਸ ਵੀ ਨੇ ਜਿਹੜੀਆਂ ਕਿ ਮਿਲ ਕੇ ਕੰਮ ਕਰਦੀਆਂ ਨੇ। ਸੋ ਐਪਲੀਕੇਸ਼ਨ ਸਬਮਿਟ ਕਰਨ ਦਾ ਤਰੀਕਾ ਕੀ ਹੈ? ਸੋ ਡਿਪਾਰਟਮੈਂਟ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ, ਇੱਥੇ ਜਾ ਕੇ ਤੁਸੀਂ ਵੈਬਸਾਈਟ ਦੇ ਵਿੱਚ ਜਾਂ ਤੁਸੀਂ ਉਹਨਾਂ ਦੇ ਕੋਲ ਜਾ ਕੇ ਕੰਸਰਨ ਸਟੇਟ ਦੇ ਵਿੱਚ ਜੋ ਵੀ ਤੁਹਾਡੀ ਸਟੇਟ ਦੇ ਵਿੱਚ ਡਿਪਾਰਟਮੈਂਟ ਹੈ, ਸੋ ਉੱਥੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ। ਜੇ ਤੁਸੀਂ ਉਸ ਕ੍ਰਾਈਟੀਰੀਆ ਦੇ ਵਿੱਚ ਆਉਂਦੇ ਹੋ, ਤੁਹਾਨੂੰ ਆਪਣੀ ਸਾਰੀ ਐਨੂਅਲ ਇਨਕਮ ਦਿਖਾਉਣੀ ਪੈਂਦੀ ਹੈ, ਰਿਪੋਰਟ, ਬੈਲੈਂਸ ਸ਼ੀਟ ਦਿਖਾਉਣੀ ਪੈਂਦੀ ਹੈ। ਸੋ ਇਹ ਸਾਰਾ ਕੁਝ ਕਰਵਾ ਕੇ ਫਿਰ ਤੁਸੀਂ ਉੱਥੇ ਜੋ ਵੀ ਡਾਕੂਮੈਂਟਸ ਦੀ ਜ਼ਰੂਰਤ ਹੈ ਉਹ ਸਾਰਾ ਕੁਝ ਕਰਕੇ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਵਾ ਸਕਦੇ ਹੋ। ਸੋ ਜਿੱਥੇ ਰਿਨਿਊ ਕਰਵਾਉਣਾ ਹੈ ਉੱਥੇ ਰਿਨਿਊ ਕਰਵਾ ਸਕਦੇ ਹੋ ਆਪਣੀ ਸਪੈਸ਼ਲ ਦੱਸ ਕੇ ਕਿ ਮੇਰੀ ਇਹ ਜ਼ਰੂਰਤ ਹੈ। ਦੈਨ ਜੇ ਆਪਾਂ ਗੱਲ ਕਰਦੇ ਸਕੀਮ ਦੀ, ਤੁਹਾਡੀ ਸਟੇਟ ਤੇ ਯੂਟੀ ਐਡਮਿਨਿਸਟ੍ਰੇਸ਼ਨ ਹੈ ਉਹ ਗ੍ਰਾਂਟ ਦਿੰਦੀ ਹੈ ਇੰਪਲੀਮੈਂਟਿੰਗ ਏਜੰਸੀਜ਼ ਨੂੰ। ਸੋ ਕੰਸਟਰਕਸ਼ਨ ਵਗੈਰਾ ਦਾ ਅੱਗੇ ਜਿਹੜਾ ਕੰਟਰੈਕਟ ਉਹ ਦਿੱਤਾ ਜਾਂਦਾ ਹੈ, 3 ਇੰਸਟਾਲਮੈਂਟਸ ਦੇ ਵਿੱਚ ਇਹ ਗ੍ਰਾਂਟ ਰਿਲੀਜ਼ ਹੁੰਦੀ ਹੈ। ਫਰਸਟ ਇੰਸਟਾਲਮੈਂਟ ਪ੍ਰੋਜੈਕਟ ਦੀ ਸੈਂਕਸ਼ਨ ਦੇ ਲਈ, ਦੈਨ ਉਸ ਤੋਂ ਬਾਅਦ ਸੈਕਿੰਡ ਜਦੋਂ ਆਲਰੇਡੀ ਫਰਸਟ ਪੇ ਹੋ ਚੁੱਕੀ ਹੁੰਦੀ ਹੈ, ਪ੍ਰੋਪੋਰਸ਼ਨਲ ਸ਼ੇਅਰ ਹੁੰਦੀ ਹੈ ਜਿਹੜੀ ਹੋਸਟਲ ਵਗੈਰਾ ਦੀ ਬਿਲਡਿੰਗ ਕੰਸਟਰਕਟ ਅਸਲ 'ਚ ਕਰਨ ਦੀ, ਉਹਦਾ ਖਰਚਾ ਦਿੱਤਾ ਜਾਂਦਾ ਹੈ। ਲਾਸਟ ਹੁੰਦੀ ਹੈ 10% ਅਮਾਊਂਟ ਅਲੋਂਗ ਵਿਦ ਵਨ ਟਾਈਮ ਗ੍ਰਾਂਟ ਸਪੈਸੀਫਾਈਡ ਵਿਦ ਰਿਲੀਜ਼ ਔਨ ਦ ਕੰਪਲੀਸ਼ਨ। ਸੋ ਲਾਸਟ ਦਿੱਤੀ ਜਾਂਦੀ ਹੈ ਜਦੋਂ ਇਹ ਪ੍ਰੋਪਰ ਕੰਪਲੀਟ ਹੋ ਗਈ ਬਿਲਡਿੰਗਸ। ਸੋ ਇਹ ਅਲੱਗ-ਅਲੱਗ ਕ੍ਰਾਈਟੀਰੀਆ ਰੈਂਟਡ ਪ੍ਰਮਾਈਸਿਸ ਦਾ। ਸੋ ਦੈਟ ਵਾਸ ਆਲ ਫॉर ਟੁਡੇ। ਨੈਕਸਟ ਆਪਾਂ ਲੈਕਚਰ ਵਿੱਚ ਸਟਾਰਟ ਕਰਾਂਗੇ ਨੈਸ਼ਨਲ ਕ੍ਰੈਸ਼ ਸਕੀਮ ਤੋਂ।